ਹੈਲੋ ਸਟੂਡੈਂਟਸ, ਵੈਲਕਮ ਹੈ ਤੁਹਾਡਾ ਮੇਰੇ YouTube ਚੈਨਲ CS ਲੈਕਚਰਸ ਦੇ ਉੱਪਰ। ਠੀਕ ਹੈ ਜੀ, ਅੱਜ ਦਾ ਜਿਹੜਾ ਆਪਣਾ ਲੈਕਚਰ ਹੈ ਇਹ ਹੈਗਾ C++ ਰਨ ਟਾਈਮ ਪੋਲੀਮੋਰਫਿਜ਼ਮ। ਠੀਕ ਹੈ ਜੀ, ਇਸ ਲੈਕਚਰ ਦੇ ਅੰਦਰ ਮੈਂ ਜਿਹੜਾ ਹੈ ਰਨ ਟਾਈਮ ਪੋਲੀਮੋਰਫਿਜ਼ਮ ਦਾ ਸੈਕਸ਼ਨ ਕਵਰ ਕਰ ਰਿਹਾ। ਠੀਕ ਹੈ ਜੀ, ਜਿਹੜਾ ਕੰਪਾਈਲ ਟਾਈਮ ਪੋਲੀਮੋਰਫਿਜ਼ਮ ਹੈ ਇਹਦਾ ਜਿਹੜਾ ਲੈਕਚਰ ਹੈ ਤੁਹਾਨੂੰ ਅਲੱਗ ਤੋਂ ਮਿਲ ਜਾਏਗਾ। ਠੀਕ ਹੈ ਜੀ, ਚਲੋ ਜੀ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਲੈਕਚਰ। हाँ जी, ਪੋਲੀਮੋਰਫਿਜ਼ਮ ਦਾ ਚਲੋ ਆਪਾਂ ਪਹਿਲਾਂ ਥੋੜਾ ਕਨਸੈਪਟ ਕੀਤਾ ਕਲੀਅਰ। ਠੀਕ ਹੈ, ਪਰ ਆਪਾਂ ਚਲੋ ਅੱਜ ਇੱਕ ਵਾਰੀ ਫਿਰ ਦੇਖ ਲੈਂਦੇ ਹਾਂ ਪੋਲੀਮੋਰਫਿਜ਼ਮ ਦਾ ਕੀ ਕਨਸੈਪਟ ਹੈਗਾ C++ ਦੇ ਅੰਦਰ। ਠੀਕ ਹੈ ਜੀ, ਬੇਸਿਕਲੀ ਪੋਲੀਮੋਰਫਿਜ਼ਮ ਜਿਹੜਾ ਹੈਗਾ ਇਹ ਦੋ ਵਰਡਸ ਦਾ ਕੰਬੀਨੇਸ਼ਨ ਹੈ। ਠੀਕ ਹੈ, ਇਹਨੂੰ ਇੱਕ ਪੋਲੀ ਹੈ। ਠੀਕ ਹੈ, ਸੈਕਿੰਡ ਮੋਰਫਿਜ਼ਮ ਹੈ ਜਾਂ ਇਹਨੂੰ ਮੋਰਫਸ ਵੀ ਬੋਲਦੇ ਆ। ਠੀਕ ਹੈ ਜੀ, ਪੋਲੀ ਵਰਡ ਦਾ ਮਤਲਬ ਹੈ ਮੈਨੀ, ਮੋਰਫਸ ਦਾ ਮਤਲਬ ਮੈਨੀ ਫਾਰਮਸ। ਠੀਕ ਹੈ, ਜਾਂ ਮੋਰਫਿਜ਼ਮ ਦਾ ਮਤਲਬ ਹੈਗਾ ਮੈਨੀ ਫਾਰਮਸ। ਮੈਨੀ ਫਾਰਮਸ ਦਾ ਮਤਲਬ ਕੀ ਹੈ ਕਿ ਆਪਣੇ ਕੋਲ ਕਨਸੈਪਟ ਇੱਕ ਹੈ। ਠੀਕ ਹੈ, ਔਰ ਡਿਜ਼ਾਈਨ ਕੀਤਾ ਗਿਆ ਕਿਸੇ ਇੱਕ ਪਰਪਸ ਲਈ। ਠੀਕ ਹੈ ਜੀ, ਪਰ ਆਪਾਂ ਉਹਨੂੰ ਯੂਜ਼ ਕਰ ਰਹੇ ਹਾਂ ਡਿਫਰੈਂਟ ਪਰਪਸ ਵਾਸਤੇ। ਠੀਕ ਹੈ, ਆਪਾਂ ਮਤਲਬ ਇੱਕ ਕਨਸੈਪਟ ਤੋਂ ਇੱਕ ਤੋਂ ਵੱਧ ਕੰਮ ਲੈ ਰਹੇ ਹਾਂ। ਠੀਕ ਹੈ, ਮਤਲਬ ਇੱਕ ਤੋਂ ਜ਼ਿਆਦਾ ਫਾਰਮਸ ਯੂਜ਼ ਕਰ ਰਹੇ ਹਾਂ ਉਸ ਕਨਸੈਪਟ ਦੀਆਂ। ਠੀਕ ਹੈ ਜੀ, ਇਹਨੂੰ ਬੋਲਦੇ ਆ ਪੋਲੀਮੋਰਫਿਜ਼ਮ। ਠੀਕ ਹੈ, ਹੁਣ ਇਹਦੀ ਛੋਟੀ ਜਿਹੀ ਆਪਾਂ ਐਗਜ਼ਾਮਪਲ ਦੇਖ ਲੈਂਦੇ ਹਾਂ। ਠੀਕ ਹੈ, ਜਿਵੇਂ ਆਪਣੇ ਕੋਲ ਅਰਥਮੈਟਿਕ ਓਪਰੇਟਰਸ ਦੇ ਵਿੱਚ ਐਡੀਸ਼ਨ ਓਪਰੇਟਰ ਹੈ। ਠੀਕ ਹੈ, ਹੁਣ ਐਡੀਸ਼ਨ ਓਪਰੇਟਰ ਹੈ, ਹੁਣ ਉਹਦਾ ਸਿੰਬਲ ਅਗਰ ਆਪਾਂ ਦੇਖੀਏ ਸਿੰਪਲ ਪਲੱਸ ਦਾ ਸਾਈਨ ਹੁੰਦਾ। ਠੀਕ ਹੈ, ਇਸੇ ਤਰ੍ਹਾਂ ਆਪਾਂ ਉਹਨੂੰ ਜਿਹੜਾ ਹੈਗਾ ਇੰਕਰੀਮੈਂਟ ਦਾ ਸਾਈਨ ਵੀ ਯੂਜ਼ ਕਰ ਲੈਣ, ਜਿਹਦੇ ਵਿੱਚ ਉਹ ਡਬਲ ਪਲੱਸ ਦਾ ਸਾਈਨ ਯੂਜ਼ ਕਰਦੇ ਆ। ਠੀਕ ਹੈ ਜੀ, ਇੱਥੋਂ ਆਪਾਂ ਇਹ ਵੀ ਐਗਜ਼ਾਮਪਲ ਦੇਖ ਸਕਦੇ ਹਾਂ। ਉਸ ਤੋਂ ਬਾਅਦ ਜਿਵੇਂ ਹੋਰ ਆਪਣੀਆਂ ਪ੍ਰੋਗਰਾਮਿੰਗ ਲੈਂਗੁਏਜਸ ਨੇ, ਜਿਵੇਂ ਜਾਵਾ ਜਾਂ ਪਾਈਥਨ ਹੈ। ਠੀਕ ਹੈ, ਹੁਣ ਪਲੱਸ ਦੇ ਸਾਈਨ ਨੂੰ ਹੀ ਆਪਾਂ ਸਟਰਿੰਗ ਕਨਕੈਟੀਨੇਸ਼ਨ ਲਈ ਵੀ ਯੂਜ਼ ਕਰਦੇ ਹਾਂ, ਦੋ ਸਟਰਿੰਗਸ ਨੂੰ ਕੰਬਾਈਨ ਕਰਨ ਲਈ, ਉੱਥੇ ਵੀ ਆਪਾਂ ਯੂਜ਼ ਕਰ ਲੈਂਦੇ ਹਾਂ। ਠੀਕ ਹੈ ਜੀ, ਹੁਣ ਇਸ ਲੈਕਚਰ ਦੇ ਅੰਦਰ ਚਲੋ ਮੈਂ ਰਨ ਟਾਈਮ ਪੋਲੀਮੋਰਫਿਜ਼ਮ ਦਾ ਜਿਹੜਾ ਹੈਗਾ ਏਰੀਆ ਉਹ ਕਵਰ ਕਰ ਰਿਹਾ। ਠੀਕ ਹੈ, ਕੰਪਾਈਲ ਟਾਈਮ ਦਾ ਅਲੱਗ ਤੋਂ ਆਪਾਂ ਕਰਾਂਗੇ ਬਾਅਦ ਵਿੱਚ। ਠੀਕ ਹੈ ਜੀ, ਹੁਣ ਜਿਵੇਂ ਪੋਲੀਮੋਰਫਿਜ਼ਮ ਦੀਆਂ ਇੱਥੇ ਦੋ ਟਾਈਪਸ ਨੇ, ਇੱਕ ਕੰਪਾਈਲ ਟਾਈਮ ਪੋਲੀਮੋਰਫਿਜ਼ਮ, ਸੈਕਿੰਡ ਹੈ ਰਨ ਟਾਈਮ ਪੋਲੀਮੋਰਫਿਜ਼ਮ। ਠੀਕ ਹੈ ਜੀ, ਕੰਪਾਈਲ ਟਾਈਮ ਦੇ ਅੰਦਰ ਫਰਦਰ ਆਪਣੇ ਕੋਲ ਦੋ ਟਾਈਪਸ ਆ ਜਾਂਦੀਆਂ ਨੇ, ਫੰਕਸ਼ਨ ਓਵਰਲੋਡਿੰਗ ਤੇ ਫੰਕਸ਼ਨ ਓਵਰਲੋਡਿੰਗ ਹੈ, ਤੇ ਸੈਕਿੰਡ ਹੈ ਓਪਰੇਟਰ ਓਵਰਲੋਡਿੰਗ। ਠੀਕ ਹੈ, ਥੋੜਾ ਜਿਹਾ ਮੈਂ ਇਹਨੂੰ ਐਕਸਪਲੇਨ ਕਰ ਦਿੰਦਾ। ਫੰਕਸ਼ਨ ਓਵਰਲੋਡਿੰਗ ਦੇ ਵਿੱਚ ਕੀ ਹੁੰਦਾ, ਜਿਵੇਂ ਤੁਸੀਂ ਨਾਮ ਤੋਂ ਹੀ ਆਪਾਂ ਦੇਖ ਰਹੇ ਹਾਂ ਕੀ ਆ ਰਿਹਾ ਓਵਰਲੋਡ। ਠੀਕ ਹੈ, ਮਤਲਬ ਫੰਕਸ਼ਨ ਦਾ ਕੀ ਹੁੰਦਾ, ਇਹਦੇ 'ਚ ਨੇਮ ਸੇਮ ਹੁੰਦਾ। ਠੀਕ ਹੈ, ਪਰ ਜਿਹੜੀਆਂ ਨੰਬਰ ਆਫ ਆਰਗੂਮੈਂਟਸ ਆਪਾਂ ਪਾਸ ਕਰ ਰਹੇ ਹਾਂ ਉਹਨਾਂ ਦੀ ਜਿਹੜੀ ਟਾਈਪ ਡਿਫਰੈਂਟ ਹੋ ਸਕਦੀ ਹੈ, ਜਾਂ ਉਹਨਾਂ ਦੀ ਜਿਹੜੀ ਗਿਣਤੀ ਹੈ ਉਹ ਡਿਫਰੈਂਟ ਹੋ ਸਕਦੀ ਹੈ। ਠੀਕ ਹੈ, ਤੇ ਫੰਕਸ਼ਨ ਦੀ ਰਿਟਰਨ ਟਾਈਪ ਵੀ ਡਿਫਰੈਂਟ ਹੋ ਸਕਦੀ ਹੈ, ਬਟ ਫੰਕਸ਼ਨ ਦਾ ਨੇਮ ਸੇਮ ਰਹਿੰਦਾ ਹੈ। ਠੀਕ ਹੈ, ਜਿਵੇਂ ਐਗਜ਼ਾਮਪਲ ਲਈ ਕੀ ਹੁੰਦਾ, ਐਗਜ਼ਾਮਪਲ ਲਈ ਆਪਾਂ ਇੱਥੇ ਦੇਖ ਲੈਂਦੇ ਹਾਂ। ਠੀਕ ਹੈ, ਐਗਜ਼ਾਮਪਲ ਲਈ ਆਪਣੇ ਕੋਲ ਜਿਵੇਂ ਇੱਥੇ ਦੇਖ ਲੈਂਦੇ ਹਾਂ, ਇੱਕ ਆਪਣੇ ਕੋਲ ਸਮ ਨਾਮ ਦਾ ਫੰਕਸ਼ਨ ਹੈ। ਠੀਕ ਹੈ, ਇੱਥੇ ਆਪਾਂ ਲਿਖ ਲੈਂਦੇ ਹਾਂ ਇਹਦੀ ਰਿਟਰਨ ਟਾਈਪ ਵਾਈਡ ਸਮ। ਠੀਕ ਹੈ, ਹੁਣ ਇਹ ਕੋਈ ਵੀ ਆਰਗੂਮੈਂਟ ਨਹੀਂ ਲੈ ਰਿਹਾ। ਠੀਕ ਹੈ, ਇਸੇ ਤਰ੍ਹਾਂ ਹੀ ਇੱਕ ਹੋਰ ਫੰਕਸ਼ਨ ਹੈ। ਠੀਕ ਹੈ, ਇੰਟ x। ਠੀਕ ਹੈ, ਇਹ ਇੱਕ ਦੂਸਰਾ ਫੰਕਸ਼ਨ ਬਣਿਆ ਜਿਹੜਾ ਇੱਕ ਆਰਗੂਮੈਂਟ ਲੈ ਰਿਹਾ। ਠੀਕ ਹੈ, ਇਸੇ ਤਰ੍ਹਾਂ ਹੀ ਇੱਕ ਤੀਸਰਾ ਫੰਕਸ਼ਨ ਆਪਾਂ ਬਣਾਇਆ ਜਿਹੜਾ ਫਲੋਟ ਟਾਈਪ ਦਾ ਆਰਗੂਮੈਂਟ ਲੈ ਰਿਹਾ ਹੈ। ਠੀਕ ਹੈ, ਹੁਣ ਇਹਨੂੰ ਬੋਲਦੇ ਆ ਫੰਕਸ਼ਨ ਓਵਰਲੋਡਿੰਗ। ਠੀਕ ਹੈ, ਹੁਣ ਜਦੋਂ ਵੀ ਆਪਾਂ ਫੰਕਸ਼ਨ ਨੂੰ ਕਾਲ ਕਰਦੇ ਹਾਂ, ਕੰਪਾਈਲਰ ਕੀ ਕਰਦਾ, ਇਹਨਾਂ ਤਿੰਨਾਂ ਫੰਕਸ਼ਨਸ 'ਚੋਂ ਦੇਖੇਗਾ ਵੀ ਕਿਹਦੇ ਨਾਲ ਜਿਹੜਾ ਐਗਜ਼ੈਕਟ ਮੈਚ ਹੋ ਰਿਹਾ ਹੈ। ਮਤਲਬ ਅਗਰ ਆਪਾਂ ਕਾਲਿੰਗ ਕਰ ਰਹੇ ਹਾਂ ਵਿਦਾਊਟ ਪਾਸਿੰਗ ਐਨੀ ਆਰਗੂਮੈਂਟ ਤਾਂ ਪਹਿਲੇ ਫੰਕਸ਼ਨ ਨੂੰ ਕਾਲ ਕਰੇਗਾ। ਅਗਰ ਆਪਾਂ ਕਾਲ ਕਰ ਰਹੇ ਹਾਂ ਇੱਕ ਇੰਟੀਜਰ ਟਾਈਪ ਵੈਲਿਊ ਪਾਸ ਕਰਕੇ, ਠੀਕ ਹੈ, ਤਾਂ ਉਹ ਸੈਕਿੰਡ ਜਿਹੜਾ ਹੈਗਾ ਇੰਟ ਟਾਈਪ ਦਾ ਜਿਹੜਾ ਆਰਗੂਮੈਂਟ ਲੈ ਰਿਹਾ ਉਹਨੂੰ ਕਾਲ ਕਰੇਗਾ। ਅਗਰ ਆਪਾਂ ਫਲੋਟ ਟਾਈਪ ਦਾ ਇੱਕ ਆਰਗੂਮੈਂਟ ਪਾਸ ਕਰ ਰਹੇ ਹਾਂ ਤਾਂ ਉਹ ਤੀਸਰੇ ਫੰਕਸ਼ਨ ਨੂੰ ਕਾਲ ਕਰੇਗਾ। ਠੀਕ ਹੈ, ਇਹ ਕਨਸੈਪਟ ਹੈਗਾ ਫੰਕਸ਼ਨ ਓਵਰਲੋਡਿੰਗ ਦਾ, ਇਹਨੂੰ ਆਪਾਂ ਬਾਅਦ ਵਿੱਚ ਡਿਟੇਲ 'ਚ ਜ਼ਰੂਰ ਕਰਾਂਗੇ। ਠੀਕ ਹੈ, ਸੈਕਿੰਡ ਜਿਹੜੀ ਟਾਈਪ ਹੈ ਇਹਦੇ ਵਿੱਚ ਓਪਰੇਟਰ ਓਵਰਲੋਡਿੰਗ। ਠੀਕ ਹੈ, ਹੁਣ ਜਿਵੇਂ ਫੰਕਸ਼ਨ ਨੂੰ ਓਵਰਲੋਡ ਕਰ ਰਹੇ ਹਾਂ ਇੱਦਾਂ ਹੀ ਆਪਾਂ ਓਪਰੇਟਰ ਨੂੰ ਵੀ ਓਵਰਲੋਡ ਕਰ ਲੈਂਦੇ ਹਾਂ। ਠੀਕ ਹੈ, ਉਹ ਕਿਵੇਂ, ਹੁਣ ਦੇਖੋ ਜਿਹੜੇ ਆਪਣੇ ਕੋਲ
ਓਪਰੇਟਰਸ ਨੇ C++ ਦੇ ਅੰਦਰ ਜਾਂ C ਦੇ ਅੰਦਰ, ਠੀਕ ਹੈ, ਤੁਸੀਂ ਪੜ੍ਹੇ ਆ ਸਾਰਿਆਂ ਨੇ, ਠੀਕ ਹੈ, ਜਿਹਦੇ ਵਿੱਚ ਅਰਥਮੈਟਿਕ ਹੈ, ਰਿਲੇਸ਼ਨਲ ਹੈ, ਅਸਾਈਨਮੈਂਟ ਹੈ, ਇੰਕਰੀਮੈਂਟ ਡਿਕਰੀਮੈਂਟ ਹੈ, ਇਹ ਓਪਰੇਟਰਸ ਆਪਾਂ ਦੇਖੇ ਆ, ਠੀਕ ਹੈ, ਹੋਰ ਵੀ ਆਪਾਂ ਦੇਖੇ ਆ, ਠੀਕ ਹੈ। ਹੁਣ ਜਿਵੇਂ ਜਿਹੜੇ ਇਹ ਵਾਲੇ ਓਪਰੇਟਰਸ ਨੇ, ਠੀਕ ਹੈ, ਇਹ ਡਿਜ਼ਾਈਨ ਕੀਤੇ ਗਏ ਆ ਪ੍ਰਾਇਮਰੀ ਡਾਟਾ ਟਾਈਪਸ ਦੇ ਵੇਰੀਏਬਲ ਉੱਪਰ ਆਪਰੇਸ਼ਨ ਪਰਫਾਰਮ ਕਰਨ ਲਈ, ਮਤਲਬ ਜਿਹੜੇ ਇਨਬਿਲਟ ਡਾਟਾ ਟਾਈਪਸ ਦੇ ਵੇਰੀਏਬਲਸ ਹੁੰਦੇ ਆ ਉਹਨਾਂ ਦੇ ਉੱਪਰ ਆਪਰੇਸ਼ਨ ਪਰਫਾਰਮ ਕਰਨ ਲਈ, ਠੀਕ ਹੈ ਜੀ। ਐਗਜ਼ਾਮਪਲ ਵਾਸਤੇ ਜਿਵੇਂ ਆਪਣੇ ਕੋਲ ਇੱਥੇ ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ, ਜਿਵੇਂ ਇੱਥੇ ਇੰਟ a ਇੱਕ ਵੇਰੀਏਬਲ ਆਪਾਂ ਲੈ ਲਿਆ, 10 ਵੈਲਿਊ ਦੇਤੀ, ਠੀਕ ਹੈ। ਇੱਕ b ਆਪਾਂ ਵੇਰੀਏਬਲ ਲੈ ਲਿਆ ਜਿਹਨੂੰ ਦੇਤੀ ਆਪਾਂ 20 ਵੈਲਿਊ, ਇੱਕ ਆਪਾਂ c ਵੇਰੀਏਬਲ ਲੈ ਲਿਆ, ਠੀਕ ਹੈ। ਹੁਣ ਅਗਰ ਆਪਾਂ ਇਹ ਸਟੇਟਮੈਂਟ ਲਿਖ ਦਿੰਦੇ ਇੱਥੇ c = a + b, ਠੀਕ ਹੈ ਜੀ। ਹੁਣ ਇੱਥੇ ਕੀ ਹੋਣਾ, ਹੁਣ ਜਦੋਂ ਇਹ ਸਟੇਟਮੈਂਟ ਚੱਲਣੀ ਹੈ c = a + b, ਠੀਕ ਹੈ, ਇੱਥੇ ਕੰਪਾਈਲਰ ਨੂੰ ਪਤਾ ਹੈ, ਠੀਕ ਹੈ, ਕਿ a ਤੇ b ਕਿਸ ਟਾਈਪ ਦੇ ਵੇਰੀਏਬਲ ਹੈ, ਉਹਨਾਂ ਨੂੰ ਮੈਮਰੀ 'ਚ ਕਿੰਨੀ ਜਿਹੜੀ ਸਟੋਰੇਜ ਮਿਲੀ ਹੋਈ ਹੈ, ਠੀਕ ਹੈ, ਅਤੇ ਜਿਹੜਾ ਆਪਾਂ ਓਪਰੇਟਰ ਇਹਨੂੰ ਦਿੱਤਾ ਪਲੱਸ ਦਾ, ਠੀਕ ਹੈ, ਇਹ ਓਪਰੇਟਰ ਨੇ ਕੀ ਕੰਮ ਕਰਨਾ ਹੈ, ਠੀਕ ਹੈ। ਓਪਰੇਟਰ ਕੀ ਕਰਦਾ, ਕੰਪਾਈਲਰ ਨੂੰ ਇੰਸਟਰਕਟ ਕਰਦਾ ਕਿ ਓਪਰੇਸ਼ਨ ਕਿਹੜਾ ਪਰਫਾਰਮ ਕਰਨਾ, ਠੀਕ ਹੈ। ਹੁਣ ਇੱਥੇ ਪਲੱਸ ਦਾ ਸਿੰਬਲ ਇਹ ਕੰਪਾਈਲਰ ਨੂੰ ਇੰਸਟਰਕਟ ਕਰੇਗਾ ਕਿ ਜਿਹੜਾ ਆਪਾਂ ਅਰਥਮੈਟਿਕ ਐਡੀਸ਼ਨਲ ਹੈ, ਜਿਹੜੀ ਐਡੀਸ਼ਨ, ਠੀਕ ਹੈ, ਉਹ ਕਰਨੀ ਹੈ, ਠੀਕ ਹੈ, ਐਡੀਸ਼ਨ ਜਿਹੜੀ ਹੈ ਉਹ ਚਲਾਉਣੀ ਹੈ, ਠੀਕ ਹੈ। ਅਤੇ ਕੀ ਹੋਣਾ, a + b 10 + 20 ਹੋ ਕੇ c 'ਚ ਰਿਜ਼ਲਟ ਚਲੇ ਜਾਣਾ, ਠੀਕ ਹੈ। ਹੁਣ ਇਹ ਓਪਰੇਟਰ ਬਣੇ ਆ ਪ੍ਰਾਇਮਰੀ ਡਾਟਾ ਉੱਪਰ ਓਪਰੇਸ਼ਨਸ ਪਰਫਾਰਮ ਕਰਨ ਲਈ, ਠੀਕ ਹੈ। ਪਰ C++ ਦੇ ਅੰਦਰ ਆਪਾਂ ਕੀ ਕਰਦੇ ਹਾਂ, ਹੁਣ C++ ਇੱਕ ਓਬਜੈਕਟ ਓਰੀਐਂਟਡ ਲੈਂਗੁਏਜ ਹੈ, ਮਤਲਬ ਸਾਰਾ ਕੰਮ ਜਿਹੜਾ ਕਲਾਸਿਸ ਓਬਜੈਕਟ ਨਾਲ ਆਪਾਂ ਕਰਦੇ ਹਾਂ, ਠੀਕ ਹੈ। ਹੁਣ ਆਪਾਂ ਕੀ ਕਰਦੇ ਹਾਂ ਕਿ ਇਹਨਾਂ ਓਪਰੇਟਰਸ ਨੂੰ ਯੂਜ਼ ਕਰ ਲੈਂਦੇ ਹਾਂ ਕਲਾਸ ਟਾਈਪ ਦੇ ਵੇਰੀਏਬਲਸ ਨੇ, ਜਿਹੜੇ ਕਲਾਸ ਟਾਈਪ ਦੇ ਵੇਰੀਏਬਲਸ ਮਤਲਬ ਜਿਹੜੇ ਆਪਾਂ ਕਲਾਸ ਦੇ ਓਬਜੈਕਟਸ ਕ੍ਰੀਏਟ ਕੀਤੇ ਉਹਨਾਂ ਨੂੰ ਓਪਰੇਟ ਕਰਨ ਲਈ, ਠੀਕ ਹੈ। ਐਗਜ਼ਾਮਪਲ ਲਈ ਆਪਾਂ ਦੇਖ ਸਕਦੇ ਹਾਂ, ਜਿਵੇਂ ਇਹ ਇੱਕ ਕਲਾਸ ਹੈ ਸਪੋਜ਼ A, ਠੀਕ ਹੈ, ਇਹਦਾ ਓਬਜੈਕਟ ਹੈਗਾ A1, ਠੀਕ ਹੈ। ਇੱਦਾਂ ਹੀ ਇੱਕ ਕਲਾਸ ਹੈਗੀ ਆ B, ਠੀਕ ਹੈ, ਜਿਹਦਾ ਓਬਜੈਕਟ ਹੈਗਾ B1, ਠੀਕ ਹੈ। ਹੁਣ ਅਗਰ ਆਪਾਂ ਇਹ ਸਟੇਟਮੈਂਟ ਚਲਾ ਦਈਏ A1 + B1, ਠੀਕ ਹੈ। ਹੁਣ ਜਦੋਂ ਇਹ ਸਟੇਟਮੈਂਟ ਕਾਊਂਟ ਹੋਣੀ ਹੈ A1 + B1, ਤਾਂ ਇੱਥੇ ਕੰਪਾਈਲਰ ਹੈ ਜਿਹੜਾ ਉਹ ਗੈਟ ਕਨਫਿਊਜ਼ਡ ਹੋ ਜਾਣਾ, ਠੀਕ ਹੈ, ਕਿ ਇਹ ਸਟੇਟਮੈਂਟ ਨੂੰ ਮੈਨੀਪੂਲੇਟ ਕਿੱਦਾਂ ਕਰਨਾ, ਠੀਕ ਹੈ, ਕਿਉਂਕਿ ਕੰਪਾਈਲਰ ਨੂੰ ਨਹੀਂ ਪਤਾ A1 ਅਤੇ B1 ਜਿਹੜੇ ਆ ਇਹ ਕਲਾਸ ਟਾਈਪ ਦੇ ਵੇਰੀਏਬਲਸ ਆ, ਅਤੇ ਇਹਨਾਂ ਨੂੰ ਕਿੱਦਾਂ ਐਡ ਕਰਨਾ ਜਾਂ ਕਿਵੇਂ ਇਹਨਾਂ ਨੂੰ ਮੈਂ ਪਰਫਾਰਮ ਕਰਨਾ, ਠੀਕ ਹੈ। ਹੁਣ ਇੱਥੇ ਆਪਾਂ ਕੀ ਕਰਦੇ ਹਾਂ, ਇੱਕ ਆਪਾਂ ਓਪਰੇਟਰ ਫੰਕਸ਼ਨ ਬਣਾ ਲੈਂਦੇ ਕਲਾਸ ਦੇ ਅੰਦਰ, ਕਿ ਜਦੋਂ ਵੀ ਇਹ ਸਟੇਟਮੈਂਟ ਕਾਊਂਟ ਹੋਏਗੀ ਉਹ ਓਪਰੇਟਰ ਫੰਕਸ਼ਨ ਚੱਲੇਗਾ, ਅਤੇ ਉਹ ਓਪਰੇਟਰ ਫੰਕਸ਼ਨ ਜਿਹੜਾ ਹੈ ਉਹਦੇ ਵਿੱਚ ਕੋਡ ਲੱਗਾ ਹੋਏਗਾ ਐਡੀਸ਼ਨ ਕਰਨ ਦਾ, ਠੀਕ ਹੈ, ਅਤੇ ਉਹ ਉਸ ਟਾਈਮ 'ਤੇ ਚੱਲੇਗਾ, ਉਹ ਐਗਜ਼ੀਕਿਊਟ ਹੋਏਗਾ, ਠੀਕ ਹੈ। ਮਤਲਬ C++ ਜਿਹੜੀ ਹੈ ਇਹ ਸਪੋਰਟ ਕਰਦੀ ਹੈ ਕੰਸੈਪਟ ਆਫ ਓਪਰੇਟਰ ਓਵਰਲੋਡਿੰਗ, ਠੀਕ ਹੈ ਜੀ। ਅਤੇ ਕੰਪਾਈਲ ਟਾਈਮ ਇਹਨਾਂ ਨੂੰ ਤਾਂ ਬੋਲਦੇ ਕਿਉਂਕਿ ਇਹਨਾਂ ਦੀ ਜਿਹੜੀ ਬਾਈਂਡਿੰਗ ਹੈ, ਠੀਕ ਹੈ, ਮਤਲਬ ਇਹ ਸਟੇਟਮੈਂਟ ਦੀ A1 + B1 ਦੀ ਜਿਹੜੀ ਬਾਈਂਡਿੰਗ ਹੋਏਗੀ ਉਹ ਕੰਪਾਈਲ ਟਾਈਮ 'ਤੇ ਹੀ ਜਿਹੜੀ ਹੈ ਓਪਰੇਟਰ ਫੰਕਸ਼ਨ ਦੇ ਨਾਲ ਬਾਈਂਡਿੰਗ ਹੋ ਜਾਣੀ ਹੈ, ਠੀਕ ਹੈ। ਹੁਣ ਕੰਪਾਈਲ ਟਾਈਮ ਮਤਲਬ ਕੀ ਹੈ, ਕੰਪਾਈਲ ਟਾਈਮ ਮਤਲਬ ਜਦੋਂ ਤੁਸੀਂ ਪ੍ਰੋਗਰਾਮ ਡਿਜ਼ਾਈਨ ਕਰ ਰਹੇ ਹੋ, ਠੀਕ ਹੈ, ਉਹ ਵਾਲਾ ਟਾਈਮ ਜਿਹੜਾ ਹੁੰਦਾ ਉਹ ਕੰਪਾਈਲ ਟਾਈਮ ਹੁੰਦਾ, ਠੀਕ ਹੈ। ਹੁਣ ਇੱਦਾਂ ਹੀ ਫੰਕਸ਼ਨ ਓਵਰਲੋਡਿੰਗ ਹੈ ਜਿਹੜੀ ਆਪਾਂ ਉੱਪਰ ਦੇਖਿਆ ਸੀ ਪਹਿਲਾਂ, ਠੀਕ ਹੈ, ਉਹਦੇ ਵਿੱਚ ਵੀ ਕੀ ਹੁੰਦਾ, ਫੰਕਸ਼ਨ ਕਾਲ ਹੈ ਜਿਹੜੀ ਉਹਦੀ ਬਾਈਂਡਿੰਗ ਹੈ ਜਿਹੜੀ ਫੰਕਸ਼ਨ ਡੈਫੀਨੇਸ਼ਨ ਸਟੇਟਮੈਂਟ ਫੰਕਸ਼ਨ ਡੈਫੀਨੇਸ਼ਨ ਦੇ ਨਾਲ, ਉਹ ਵੀ ਕੰਪਾਈਲ ਟਾਈਮ 'ਤੇ ਹੀ ਬਾਈਂਡਿੰਗ ਹੋ ਜਾਂਦੀ ਹੈ, ਮਤਲਬ ਐਗਜ਼ੈਕਟ ਮੈਚ ਕੰਪਾਈਲ ਟਾਈਮ 'ਤੇ ਹੀ ਬਾਈਂਡ ਹੋ ਜਾਂਦਾ, ਠੀਕ ਹੈ ਜੀ। ਚਲੋ ਇਹ ਤਾਂ ਆਪਾਂ ਦੇਖਾਂਗੇ ਅਲੱਗ ਲੈਕਚਰ ਦੇ ਵਿੱਚ, ਡਿਟੇਲ ਦੇ ਵਿੱਚ ਆਪਾਂ ਇਹਨਾਂ ਨੂੰ ਦੇਖਾਂਗੇ, ਠੀਕ ਹੈ। ਕੰਪਾਈਲ ਟਾਈਮ ਬੇਸਿਕ ਜਿਹੜਾ ਉਹ ਸਮਝ ਆਉਣਾ ਚਾਹੀਦਾ ਸੀਗਾ, ਠੀਕ ਹੈ ਜੀ। ਆਈ ਹੋਪ ਕਿ ਤੁਹਾਨੂੰ ਉਹ ਸਮਝ ਲੱਗ ਗਿਆ ਹੋਣਾ ਕਿ ਕੰਪਾਈਲ ਟਾਈਮ ਕੀ ਹੁੰਦਾ ਜਦੋਂ ਤੁਸੀਂ ਪ੍ਰੋਗਰਾਮ ਆਪਣਾ ਡਿਜ਼ਾਈਨ ਕਰ ਰਹੇ ਹੋ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਟਾਈਪ ਹੈ ਜਿਹੜੀ ਇਹਦੀ ਰਨ ਟਾਈਮ ਪੋਲੀਮੋਰਫਿਜ਼ਮ, ਠੀਕ ਹੈ। ਹੁਣ ਰਨ ਟਾਈਮ ਪੋਲੀਮੋਰਫਿਜ਼ਮ ਦੇ ਵਿੱਚ ਕੀ ਹੈ ਕਿ ਰਨ ਟਾਈਮ ਪੋਲੀਮੋਰਫਿਜ਼ਮ ਦੇ ਵਿੱਚ ਕੀ ਹੁੰਦਾ ਕਿ ਜਿਹੜੀ ਬਾਈਂਡਿੰਗ ਹੈ ਉਹ ਲੇਟ ਬਾਈਂਡਿੰਗ ਹੁੰਦੀ ਹੈ, ਮਤਲਬ ਰਨ ਟਾਈਮ 'ਤੇ ਜਾਂ ਡਾਇਨਾਮਿਕ ਬਾਈਂਡਿੰਗ, ਠੀਕ ਹੈ। ਹੁਣ ਇਹਨੂੰ ਤਾਂ ਹੀ ਆਪਾਂ ਰਨ ਟਾਈਮ ਪੋਲੀਮੋਰਫਿਜ਼ਮ ਬੋਲਦੇ ਹਾਂ, ਠੀਕ ਹੈ, ਮਤਲਬ ਕਿ ਫੰਕਸ਼ਨ ਕਾਲ ਦੀ ਜਿਹੜੀ ਬਾਈਂਡਿੰਗ ਹੈ ਫੰਕਸ਼ਨ ਡੈਫੀਨੇਸ਼ਨ ਦੇ ਨਾਲ ਜਾਂ ਐਪਰੋਪਰੀਏਟ ਫੰਕਸ਼ਨ ਡੈਫੀਨੇਸ਼ਨ ਦੇ ਨਾਲ, ਉਹ ਜਿਹੜੀ ਹੋਣੀ ਹੈ ਉਹ ਰਨ ਟਾਈਮ 'ਤੇ ਹੋਏਗੀ, ਨਾ ਕਿ ਕੰਪਾਈਲ ਟਾਈਮ 'ਤੇ, ਠੀਕ ਹੈ ਜੀ। ਹੁਣ ਇਹ ਕਿੱਦਾਂ ਕਨਸੈਪਟ ਅਚੀਵ ਹੁੰਦਾ ਆਪਾਂ ਹੁਣੇ ਦੇਖਣਾ, ਠੀਕ ਹੈ।
ਹੁਣ ਇਹਦੇ ਵਿੱਚ ਥੋੜਾ ਡੈਫੀਨੇਸ਼ਨ ਵੀ ਲਿਖੀ ਹੋਈ ਹੈ ਕੰਪਾਈਲ ਟਾਈਮ ਪੋਲੀਮੋਰਫਿਜ਼ਮ ਦੀ, ਠੀਕ ਹੈ, ਕਿ ਜਿਹੜੇ ਦ ਓਵਰਲੋਡਡ ਫੰਕਸ਼ਨ ਆਰ ਇਨਵੋਕਡ ਬਾਈ ਮੈਚਿੰਗ ਦਾ ਟਾਈਪ ਐਂਡ ਨੰਬਰ ਆਫ ਆਰਗੂਮੈਂਟਸ, ਠੀਕ ਹੈ, ਇਹ ਆਪਾਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕੇ ਹਾਂ ਮੈਂ। ਦਿਸ ਇਨਫੋਰਮੇਸ਼ਨ ਇਜ਼ ਅਵੇਲੇਬਲ ਐਟ ਦਾ ਕੰਪਾਈਲ ਟਾਈਮ, ਠੀਕ ਹੈ, ਜਦੋਂ ਆਪਾਂ ਪ੍ਰੋਗਰਾਮ ਡਿਜ਼ਾਈਨ ਕਰ ਰਹੇ ਹਾਂ। ਐਂਡ ਦੇਅਰਫੋਰ ਕੰਪਾਈਲਰ ਸਿਲੈਕਟਸ ਦਾ ਐਪਰੋਪਰੀਏਟ ਫੰਕਸ਼ਨ ਐਟ ਦਾ ਕੰਪਾਈਲ ਟਾਈਮ, ਠੀਕ ਹੈ, ਐਗਜ਼ੈਕਟ ਮੈਚ। ਜਿਵੇਂ ਹੁਣ ਆਪਾਂ ਐਗਜ਼ਾਮਪਲ ਕੀਤੀ ਸੀਗੀ ਸਮ ਫੰਕਸ਼ਨ ਦੀ, ਹੁਣ ਅਗਰ ਆਪਾਂ ਸਮ ਫੰਕਸ਼ਨ ਨੂੰ ਕਾਲ ਕਰ ਰਹੇ ਹਾਂ ਵਿਦਾਊਟ ਪਾਸਿੰਗ ਐਨੀ ਆਰਗੂਮੈਂਟ, ਠੀਕ ਹੈ, ਤੇ ਉਹ ਕੀ ਕਰੇਗਾ ਕਿ ਉਹ ਵਾਲੀ ਡੈਫੀਨੇਸ਼ਨ ਦੇ ਨਾਲ ਬਾਈਂਡਿੰਗ ਕਰ ਦੇਗਾ ਜਿਹੜੀ ਡੈਫੀਨੇਸ਼ਨ ਜਾਂ ਜਿਹੜਾ ਫੰਕਸ਼ਨ ਸਮ ਵਾਲਾ ਕੋਈ ਵੀ ਆਰਗੂਮੈਂਟ ਐਕਸੈਪਟ ਨਹੀਂ ਕਰ ਰਿਹਾ, ਠੀਕ ਹੈ ਜੀ। ਅਗਰ ਆਪਾਂ ਫਲੋਟ ਵਾਲੇ ਫੰਕਸ਼ਨ ਦੀ ਗੱਲ ਕਰਦੇ ਹਾਂ ਜਿਹਦੇ ਵਿੱਚ ਆਪਾਂ ਇੱਕ ਆਰਗੂਮੈਂਟ ਫਲੋਟ ਟਾਈਪ ਦਾ ਪਾਸ ਕੀਤਾ ਸੀ, ਠੀਕ ਹੈ, ਤਾਂ ਉਹ ਕੀ ਕੰਪਾਈਲਰ ਕੀ ਕਰੇਗਾ, ਮਤਲਬ ਉਹ ਵਾਲੀ ਡੈਫੀਨੇਸ਼ਨ ਦੇ ਨਾਲ ਬਾਈਂਡ ਕਰੇਗਾ ਉਸ ਫੰਕਸ਼ਨ ਕਾਲ ਨੂੰ ਜਿਹੜਾ ਕਿ ਫਲੋਟ ਟਾਈਪ ਦਾ ਆਰਗੂਮੈਂਟ ਐਕਸੈਪਟ ਕਰ ਰਿਹਾ ਹੋਏਗਾ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਰਨ ਟਾਈਮ ਪੋਲੀਮੋਰਫਿਜ਼ਮ, ਠੀਕ ਹੈ। ਹੁਣ ਰਨ ਟਾਈਮ ਪੋਲੀਮੋਰਫਿਜ਼ਮ ਦੇ ਵਿੱਚ ਕੀ ਹੈ ਕਿ ਰਨ ਟਾਈਮ ਪੋਲੀਮੋਰਫਿਜ਼ਮ ਜਿਹੜੀ ਹੈ ਅਚੀਵਡ ਵੈਨ ਦਾ ਆਬਜੈਕਟ ਮੈਥਡ ਇਜ਼ ਇਨਵੋਕਡ, ਠੀਕ ਹੈ। ਆਬਜੈਕਟਸ ਮੈਥਡ ਮਤਲਬ ਜਦੋਂ ਆਬਜੈਕਟ ਦੇ ਨਾਲ ਆਪਾਂ ਕਾਲ ਕਰਦੇ ਹਾਂ, ਠੀਕ ਹੈ, ਐਟ ਰਨ ਟਾਈਮ ਇਨਸਟੈਡ ਆਫ ਕੰਪਾਈਲ ਟਾਈਮ, ਠੀਕ ਹੈ। it is achieved by method overriding which is also known as dynamic binding or late binding, ਠੀਕ ਹੈ ਜੀ। ਹੁਣ ਫੰਕਸ਼ਨ ਓਵਰਰਾਈਡਿੰਗ ਦਾ ਕਨਸੈਪਟ ਕੀ ਹੈ, ਫੰਕਸ਼ਨ ਓਵਰਲੋਡਿੰਗ ਦਾ ਇੱਕ ਹੈ ਫੰਕਸ਼ਨ ਓਵਰਲੋਡਿੰਗ ਇੱਧਰ, ਠੀਕ ਹੈ, ਇੱਧਰ ਫੰਕਸ਼ਨ ਓਵਰਰਾਈਡਿੰਗ ਹੈ, ਠੀਕ ਹੈ। ਹੁਣ ਇਹਦੇ ਵਿੱਚ ਆਪਾਂ ਵਰਚੁਅਲ ਫੰਕਸ਼ਨ ਵੀ ਯੂਜ਼ ਕਰਦੇ ਹਾਂ ਫੰਕਸ਼ਨ ਓਵਰਰਾਈਡਿੰਗ ਦੇ ਵਿੱਚ, ਠੀਕ ਹੈ ਜੀ। ਪਰ ਪਹਿਲਾਂ ਆਪਾਂ ਸਿੰਪਲ ਸਮਝਾਂਗੇ ਫੰਕਸ਼ਨ ਓਵਰਰਾਈਡਿੰਗ ਦਾ ਕੀ ਕਨਸੈਪਟ ਹੈਗਾ, ਉਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਫੰਕਸ਼ਨ ਓਵਰਰਾਈਡਿੰਗ ਦੇ ਵਿੱਚ ਵਰਚੁਅਲ ਫੰਕਸ਼ਨ ਕਿੱਦਾਂ ਕੰਮ ਕਰਦੇ ਆ ਜਾਂ ਵਰਚੁਅਲ ਫੰਕਸ਼ਨਸ ਦੀ ਆਪਾਂ ਨੂੰ ਕਿਉਂ ਲੋੜ ਹੈ, ਠੀਕ ਹੈ, ਕਿਉਂ ਕਨਸੈਪਟ ਆਇਆ ਇਹਦੇ ਵਿੱਚ ਵਰਚੁਅਲ ਫੰਕਸ਼ਨ ਦਾ, ਇਹ ਆਪਾਂ ਅੱਗੇ ਚੱਲ ਕੇ ਦੇਖਾਂਗੇ। ਪਰ ਪਹਿਲਾਂ ਆਪਾਂ ਦੇਖਾਂਗੇ ਫੰਕਸ਼ਨ ਓਵਰਰਾਈਡਿੰਗ ਦਾ ਕੀ ਕਨਸੈਪਟ ਹੈਗਾ, ਠੀਕ ਹੈ। ਹੁਣ ਫੰਕਸ਼ਨ ਓਵਰਰਾਈਡਿੰਗ ਇੱਕ ਮਤਲਬ ਫੀਚਰ ਹੈ, ਕੀ ਕਰਦੀ ਹੈ, that allows us to have same function, ठीक है जी, नोट कर लो जी, same function in the child class, ठीक है। इनहेरिटेंस का मतलब कंसैप्ट है, हुण इनू समझण लई तुहानूं इनहेरिटेंस का बेसिक थोड़ा पता होना चाहिए, ठीक है जी। इनहेरिटेंस की कंसैप्ट है हुण, क्योंकि यह एक पावरफुल फीचर हैगी इनहेरिटेंस की फंक्शन ओवरराइडिंग, ठीक है जी। हुण ਜਿਹੜੀ ਰੀਯੂਜ਼ ਕੋਡ ਨੂੰ ਆਪਾਂ ਜਿਹੜਾ ਰੀਯੂਜ਼ ਕਹਿੰਦੇ ਆ ਨਾ, ਰੀਯੂਜ਼ੇਬਿਲਟੀ, ਉਹ ਫੀਚਰ ਨੂੰ ਅਚੀਵ ਆਪਾਂ ਇਹਦੇ ਰਾਹੀਂ ਕਰਦੇ ਹਾਂ, ਠੀਕ ਹੈ ਜੀ। ਹੁਣ ਇਹਦੇ ਵਿੱਚ ਕੀ ਹੈ ਕਿ ਅਲਾਓ ਕਰਦਾ ਹੈ ਆਪਾਂ ਨੂੰ ਕਿ ਸੇਮ ਫੰਕਸ਼ਨ ਕਿਹੜਾ ਜਿਹੜਾ ਆਪਾਂ ਬੇਸ ਕਲਾਸ ਦੇ ਵਿੱਚ ਆਪਾਂ ਡਿਫਾਈਨ ਕੀਤਾ ਹੋਇਆ ਉਸ ਫੰਕਸ਼ਨ ਨੂੰ ਸੇਮ ਆਪਾਂ ਜਿਹੜਾ ਹੈ ਚਾਈਲਡ ਕਲਾਸ ਦੇ ਅੰਦਰ ਰੀਡਿਫਾਈਨ ਕਰ ਲਈਏ, ਠੀਕ ਹੈ। ਰੀਡਿਫਾਈਨ ਦਾ ਮਤਲਬ ਕਿ ਤੁਸੀਂ ਪਹਿਲਾਂ ਆਪਣੇ ਕੋਲ ਐਗਜ਼ਿਸਟਿੰਗ ਕੋਡ ਹੈਗਾ, ਠੀਕ ਹੈ, ਆਪਣੇ ਕੋਲ ਪਹਿਲਾਂ ਕੋਈ ਕਲਾਸ ਸੀਗੀ ਉਹਦੇ ਵਿੱਚ ਆਪਾਂ ਕੋਈ ਐਗਜ਼ਿਸਟਿੰਗ ਕੋਡ ਦਿੱਤਾ ਹੋਇਆ, ਠੀਕ ਹੈ, ਪਰ ਬਾਏ ਟਾਈਮ ਆਪਾਂ ਨੂੰ ਉਹਦੇ ਵਿੱਚ ਅਪਡੇਸ਼ਨ ਕਰਨ ਦੀ ਲੋੜ ਪੈਂਦੀ ਹੈ, ਠੀਕ ਹੈ। ਤਾਂ ਆਪਾਂ ਕੀ ਕਰ ਰਹੇ ਹਾਂ, ਐਗਜ਼ਿਸਟਿੰਗ ਕੋਡ ਨੂੰ ਰੀਯੂਜ਼ ਕਰ ਲਿਆ, ਠੀਕ ਹੈ, ਮਤਲਬ ਆਪਾਂ ਇੱਕ ਨਵੀਂ ਕਲਾਸ ਬਣਾ ਲਈ, ਠੀਕ ਹੈ, ਤੇ ਉਹਨੇ ਕੀ ਕੀਤਾ, ਪੁਰਾਣੀ ਕਲਾਸ ਨੂੰ ਇਨਹੈਰਿਟ ਕਰ ਲਿਆ, ਠੀਕ ਹੈ, ਤੇ ਜੋ ਵੀ ਆਪਾਂ ਬੇਸ ਕਲਾਸ 'ਚ ਫੰਕਸ਼ਨ ਦਿੱਤਾ ਸੀਗਾ ਉਹ ਆਪਾਂ ਦੁਬਾਰਾ ਰੀਡਿਫਾਈਨ ਕਰ ਲਿਆ ਚਾਈਲਡ ਕਲਾਸ ਦੇ ਅੰਦਰ, ਠੀਕ ਹੈ। ਹੁਣ ਇਹਦੇ ਵਿੱਚ ਕੀ ਹੈ, ਆਪਾਂ ਇਹਦੇ ਵਿੱਚ ਜਿਹੜਾ ਕੋਡ ਦੇਵਾਂਗੇ ਉਹ ਨਵਾਂ ਕੋਡ ਦੇ ਦਾਂਗੇ, ਅਪਡੇਟਡ ਕੋਡ ਦੇ ਦਾਂਗੇ, ਠੀਕ ਹੈ, ਨਵੀਆਂ ਫੀਚਰਸ ਜਿਹੜੀਆਂ ਇਹਦੇ ਵਿੱਚ ਐਡ ਕਰ ਦਾਂਗੇ, ਠੀਕ ਹੈ ਜੀ। ਹੁਣ ਇਹਦੇ ਕਨਸੈਪਟ ਨੂੰ ਸਮਝਣ ਲਈ ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ, ਠੀਕ ਹੈ। ਹੁਣ ਇਹ ਆਪਾਂ ਐਗਜ਼ਾਮਪਲ ਪਹਿਲਾਂ ਵੀ ਚਲੋ ਕਲਾਸ 'ਚ ਮੈਂ ਦਿੱਤੀ ਸੀਗੀ, ਇੱਕ ਵਾਰੀ ਆਪਾਂ ਫਿਰ ਜਿਹੜਾ ਇਹਨੂੰ ਰਿਪੀਟ ਕਰ ਲੈਂਦੇ ਹਾਂ, ਠੀਕ ਹੈ, ਥੋੜ੍ਹਾ ਆਪਾਂ ਦੇਖਦੇ ਹਾਂ ਇਹਨੂੰ। ਹੁਣ ਵਟਸਐਪ ਤੁਸੀਂ ਸਾਰੇ ਯੂਜ਼ ਕਰਦੇ ਹੋ, ਠੀਕ ਹੈ, ਬੇਸਿਕ ਜੀ ਐਗਜ਼ਾਮਪਲ ਹੈ, ਸਾਰਿਆਂ ਨੂੰ ਸਮਝ ਵੀ ਆ ਜਾਣੀ ਹੈ, ਈਜ਼ੀ ਹੈ, ਠੀਕ ਹੈ, ਕਿਉਂਕਿ ਵਟਸਐਪ ਸਾਰੇ ਮੋਸਟਲੀ ਯੂਜ਼ ਕਰ ਰਹੇ ਹੁੰਦੇ ਆ, ਠੀਕ ਹੈ ਜੀ। ਹੁਣ ਦੇਖੋ ਅੱਜ ਤੋਂ ਆਪਾਂ ਕਹਿ ਸਕਦੇ ਹਾਂ ਕਿ 2012-13 ਦੇ ਕਰੀਬ, ਠੀਕ ਹੈ, 13-14 ਚਲੋ ਲਾ ਲਓ, ਠੀਕ ਹੈ, ਉਸ ਟਾਈਮ 'ਤੇ ਜਦੋਂ ਆਪਾਂ ਵਟਸਐਪ ਯੂਜ਼ ਕਰਦੇ ਸੀ ਉਹਦੇ ਵਿੱਚ ਅਗਰ ਆਪਾਂ ਅੱਜ ਦੇ ਨਾਲ ਕੰਪੇਅਰ ਕਰੀਏ ਤਾਂ ਕੁਛ ਫੀਚਰਸ ਨੇ ਜਿਹੜੀਆਂ ਆਪਾਂ ਨੂੰ ਉਸ ਟਾਈਮ 'ਤੇ ਨਹੀਂ ਮਿਲਦੀਆਂ ਸੀ, ਠੀਕ ਹੈ, ਜਿਵੇਂ ਸਟੇਟਸ ਅਪਡੇਟ ਕਰ ਲੈਣੇ ਆ, ਠੀਕ ਹੈ, ਅਤੇ ਜਾਂ ਆਪਾਂ ਕੀ ਕਰਨਾ, ਡਾਕੂਮੈਂਟਸ ਦੀ ਸ਼ੇਅਰਿੰਗ ਕਰ ਲੈਣੀ ਹੈ, ਵੀਡੀਓ ਕਾਲ ਕਰ ਲੈਣੀ ਹੈ, ਠੀਕ ਹੈ, ਇਹ ਚੀਜ਼ਾਂ ਉਸ ਟਾਈਮ 'ਤੇ ਅਵੇਲੇਬਲ ਨਹੀਂ ਸੀ, ਠੀਕ ਹੈ। ਅਤੇ ਹੁਣ ਇੱਥੇ ਵੀ ਕਿਹਾ ਮਤਲਬ ਉਹਨੂੰ ਕੋਡ ਨੂੰ ਅਪਡੇਟ ਕੀਤਾ ਗਿਆ ਨਾ, ਠੀਕ ਹੈ, ਪੁਰਾਣੇ ਕੋਡ ਨੂੰ ਅਪਡੇਟ ਕੀਤਾ ਗਿਆ ਜਿਹੜਾ 2013 ਦੇ ਵਿੱਚ ਚੱਲਦਾ ਸੀ ਉਹਨੂੰ ਹੁਣ ਅਪਡੇਟ ਕੀਤਾ ਗਿਆ, ਠੀਕ ਹੈ।
ਹੁਣ ਇਹਦੇ ਵਾਸਤੇ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ ਜਿਹਦੇ ਨਾਲ ਤੁਹਾਨੂੰ ਇਹ ਥੋੜਾ ਕਲੀਅਰ ਹੋ ਜਾਏਗਾ ਕਨਸੈਪਟ ਫੰਕਸ਼ਨ ਓਵਰ ਰਾਈਡਿੰਗ ਦਾ। ਠੀਕ ਹੈ, ਹੁਣ ਸਪੋਜ਼ ਆਪਣੇ ਕੋਲ ਇੱਕ ਕਲਾਸ ਹੈ, ਠੀਕ ਹੈ, W1, ਠੀਕ ਹੈ, ਜਿਹਨੂੰ ਆਪਾਂ ਮੰਨ ਲੈਂਦੇ ਹਾਂ ਕਿ ਹੈ WhatsApp 1 ਨਾਮ ਦੀ ਕਲਾਸ ਹੈ, ਜਿਹੜਾ ਆਪਣੇ ਕੋਲ ਪੁਰਾਣਾ ਵਰਜ਼ਨ ਹੈ WhatsApp ਦਾ। ਠੀਕ ਹੈ, ਹੁਣ ਇਹਦੇ ਵਿੱਚ ਇੱਕ ਆਪਾਂ ਫੰਕਸ਼ਨ ਬਣਾ ਲਿਆ ਜੀ void F1 ਨਾਮ ਦਾ। ਠੀਕ ਹੈ, ਹੁਣ ਇਹ ਫੰਕਸ਼ਨ ਦੇ ਵਿੱਚ ਆਪਣੇ ਕੋਲ ਪੁਰਾਣੀਆਂ ਫੀਚਰਸ ਮਿਲ ਰਹੀਆਂ ਸਾਰੀਆਂ WhatsApp ਦੀਆਂ। ਠੀਕ ਹੈ, ਜਿਵੇਂ ਆਪਣੇ ਕੋਲ ਟੈਕਸਟ ਚੈਟ ਕਰ ਸਕਦੇ ਹਾਂ, ਵਾਇਸ ਨੋਟ ਸੈਂਡ ਕਰ ਸਕਦੇ ਹਾਂ। ਠੀਕ ਹੈ, ਵੀ ਆਪਣੀ ਇਮੇਜਸ ਵੀਡੀਓਜ਼ ਇਹ ਆਪਾਂ ਸ਼ੇਅਰ ਕਰ ਸਕਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਆਪਾਂ ਬਾਏ ਟਾਈਮ, ਠੀਕ ਹੈ, ਜਿਹੜਾ ਹੁਣ ਲੇਟੈਸਟ ਆਪਾਂ ਕੀ ਕੀਤਾ, ਇੱਕ ਕਲਾਸ ਆਪਾਂ ਨਵੀਂ ਬਣਾ ਲਈ ਕਿਉਂਕਿ WhatsApp ਨੂੰ ਹੁਣ ਆਪਾਂ ਅਪਡੇਟ ਕਰਨਾ। ਠੀਕ ਹੈ, ਨਵੀਆਂ ਫੀਚਰਸ ਐਡ ਕਰਨੀਆਂ। ਠੀਕ ਹੈ, ਪੁਰਾਣੀਆਂ ਫੀਚਰਸ ਤਾਂ ਆਪਾਂ ਦੇਣੀਆਂ ਹੀ ਆ, ਬਟ ਪਲੱਸ ਆਪਾਂ ਨਿਊ ਫੀਚਰਸ ਵੀ ਉਹਦੇ 'ਚ ਐਡ ਕਰਨੀਆਂ। ਠੀਕ ਹੈ, ਜਿਵੇਂ ਸਟੇਟਸ ਅਪਡੇਟ ਦੀ ਫੀਚਰ ਹੈ, ਡਾਕੂਮੈਂਟ ਸ਼ੇਅਰਿੰਗ ਦੀ ਹੈ, ਵੀਡੀਓ ਕਾਲਿੰਗ ਦੀ ਹੈ, ਜਿਹੜੀਆਂ ਪਹਿਲਾਂ W1 ਕਲਾਸ ਨਹੀਂ ਦੇ ਰਹੀ। ਠੀਕ ਹੈ, ਪੁਰਾਣਾ WhatsApp ਜਿਹੜਾ ਨਹੀਂ ਦੇ ਰਿਹਾ ਫੀਚਰਸ। ਠੀਕ ਹੈ, ਹੁਣ ਇਹ ਆਪਾਂ ਨਵੀਂ ਕਲਾਸ ਇੱਕ ਲਿਖ ਲਈ W2। ਠੀਕ ਹੈ ਜੀ, ਹੁਣ ਇਹ ਕਲਾਸ ਆਪਾਂ ਲਿਖ ਲਈ ਹੈ। ਹੁਣ ਇਹਦੇ ਵਿੱਚ ਆਪਾਂ ਕੀ ਕੀਤਾ, ਹੁਣ ਇੱਥੇ ਜਿਹੜਾ ਫੰਕਸ਼ਨ ਓਵਰ ਰਾਈਡਿੰਗ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਆਪਾਂ ਨਵਾਂ ਫੰਕਸ਼ਨ ਰੀਡਿਫਾਈਨ ਕਰਦੇ ਹਾਂ ਬੇਸ ਕਲਾਸ ਦੇ ਅੰਦਰ। ਠੀਕ ਹੈ, ਇਹ ਕਲਾਸ ਜਿਹੜੀ W2 ਇਹ ਕੀ ਕਰ ਰਹੀ ਹੈ, ਇਨਹੈਰਿਟ ਕਰ ਰਹੀ ਹੈ W1 ਕਲਾਸ ਨੂੰ। ਠੀਕ ਹੈ, ਇਨਹੈਰਿਟ ਕਰੇਗੀ ਤੇ ਫੀਚਰਸ ਜਿਹੜੀਆਂ ਹੈ ਇਹਦੀਆਂ ਫੀਚਰਸ ਇਹਨੂੰ ਮਿਲ ਜਾਣੀਆਂ। ਠੀਕ ਹੈ, ਫੀਚਰਸ ਮਤਲਬ ਜਿਹੜੇ ਇਸ ਕਲਾਸ ਦੇ ਡਾਟਾ ਮੈਂਬਰਸ ਹੋਣਗੇ। ਠੀਕ ਹੈ, ਮੈਂਬਰ ਫੰਕਸ਼ਨਸ ਹੋਣਗੇ। ਠੀਕ ਹੈ, ਉਹ ਇੱਧਰ ਕਿਵੇਂ ਇਨਹੈਰਿਟ ਹੋਣੇ ਆ, ਇਹ ਡਿਪੈਂਡ ਕਰੇਗਾ ਇਹ ਵਿਜ਼ੀਬਿਲਟੀ ਮੋਡ 'ਤੇ। ਠੀਕ ਹੈ, ਜਿਹੜਾ ਆਪਾਂ ਇੱਥੇ ਪਬਲਿਕ ਕੀਤਾ ਹੋਇਆ। ਠੀਕ ਹੈ, ਹੁਣ ਫੰਕਸ਼ਨ ਓਵਰ ਰਾਈਡਿੰਗ ਦੇ ਕਨਸੈਪਟ 'ਚ ਕੀ ਹੁੰਦਾ ਕਿ ਫੰਕਸ਼ਨ ਦੀ ਰਿਟਰਨ ਟਾਈਪ ਵੀ ਸੇਮ ਰਹਿਣੀ ਹੈ, ਨੇਮ ਤੇ ਸੇਮ ਰਹਿਣਾ ਹੀ ਹੈ, ਪਲੱਸ ਆਰਗੂਮੈਂਟਸ ਵੀ ਸੇਮ। ਠੀਕ ਹੈ, ਇੱਥੇ ਕੋਈ ਵੀ ਆਰਗੂਮੈਂਟ ਨਹੀਂ ਹੈ ਐਕਸੈਪਟ ਕਰ ਰਿਹਾ, ਸੋ ਆਪਾਂ ਵੀ ਇਹ ਪੈਰੇਂਥੀਸਿਸ ਖਾਲੀ ਛੱਡਤੀਆਂ। ਠੀਕ ਹੈ ਜੀ, ਹੁਣ ਇਹ ਕੀ ਹੈ ਕਿ ਇਹ ਆਪਣੇ ਕੋਲ ਨਿਊ ਵਰਜ਼ਨ ਹੈ। ਠੀਕ ਹੈ, ਲੇਟੈਸਟ, ਇਹ ਜਿਹੜਾ F1 ਹੈ ਨਾ, ਇਹ ਲੇਟੈਸਟ ਫੰਕਸ਼ਨ ਆ। ਇਹਦੇ ਵਿੱਚ ਲੇਟੈਸਟ ਫੀਚਰਸ ਆਪਾਂ ਨੂੰ ਮਿਲ ਰਹੀਆਂ। ਠੀਕ ਹੈ, ਜਿਵੇਂ ਵੀਡੀਓ ਕਾਲਿੰਗ ਦੀ ਹੈ, ਡਾਕੂਮੈਂਟ ਸ਼ੇਅਰਿੰਗ ਦੀ ਹੈ। ਠੀਕ ਹੈ, ਪਲੱਸ ਨਾਲ ਸਟੇਟਸ ਅਪਡੇਟ ਹੈ, ਇਹ ਨਿਊ ਵਰਜ਼ਨ ਹੈ। ਠੀਕ ਹੈ, ਹੁਣ ਆਪਾਂ ਜਿਹੜਾ ਫੰਕਸ਼ਨ ਬਣਾ ਰਹੇ ਹਾਂ ਮੇਨ। ਠੀਕ ਹੈ, ਹੁਣ ਕੀ ਹੋਣਾ, ਇਸ ਫੰਕਸ਼ਨ ਦੇ ਅੰਦਰ ਆਪਾਂ ਆਬਜੈਕਟ ਬਣਾਵਾਂਗੇ ਕਲਾਸ ਦਾ ਡਰਾਈਵਡ ਦਾ W2 OB। ਠੀਕ ਹੈ, OB ਆਬਜੈਕਟ ਦਾ। ਉਸ ਤੋਂ ਬਾਅਦ ਆਪਾਂ ਲਿਖਾਂਗੇ OB ਡੋਟ F1। ਠੀਕ ਹੈ, ਹੁਣ ਇਹ ਆਪਾਂ ਲਿਖਤਾ ਤੇ F1। ਠੀਕ ਹੈ, ਹੁਣ ਇਹ ਆਪਾਂ ਬੇਸਿਕ ਜਿਹਾ ਦੇਖਦੇ ਹਾਂ ਨਾ ਪ੍ਰੋਗਰਾਮ। ਠੀਕ ਹੈ, ਹੁਣ ਇੱਥੇ ਕੀ ਹੋਣਾ ਕਿ ਹੁਣ ਇਹ ਮਤਲਬ F1 ਕਿਹੜਾ ਚੱਲਣਾ ਹੈ, ਬੇਸ ਕਲਾਸ ਦਾ ਚੱਲਣਾ ਹੈ ਜਾਂ ਡਰਾਈਵਡ ਕਲਾਸ ਦਾ ਚੱਲਣਾ ਹੈ, ਇਹ ਹੁਣ ਕੰਪਾਈਲਰ ਨੇ ਕਿਵੇਂ ਡਿਸਾਈਡ ਕਰਨਾ। ਠੀਕ ਹੈ, ਆਪਾਂ ਹੁਣ ਇਹ ਦੇਖਣਾ। ਠੀਕ ਹੈ, ਹੁਣ ਇੱਥੇ ਕੀ ਹੋਣਾ ਕਿ ਜਦੋਂ ਵੀ ਫੰਕਸ਼ਨ ਦੀ ਬਾਈਂਡਿੰਗ ਹੋਣੀ ਹੈ। ਠੀਕ ਹੈ, ਇਹ ਫੰਕਸ਼ਨ ਦੀ ਜਦੋਂ ਵੀ ਬਾਈਂਡਿੰਗ ਹੋਣੀ ਹੈ, ਇਹ ਬਾਈਂਡਿੰਗ ਕਰਨੀ ਕਿੰਨੇ ਆ, ਕੰਪਾਈਲਰ ਨੇ। ਠੀਕ ਹੈ ਜੀ, ਕਿੰਨੇ ਬਾਈਂਡਿੰਗ ਕਰਨੀ ਹੈ, ਕੰਪਾਈਲਰ ਨੇ। ਠੀਕ ਹੈ, ਤੇ ਕੰਪਾਈਲਰ ਨੇ ਬਾਈਂਡਿੰਗ ਕਰਨੀ ਕਿੱਥੋਂ ਆ, ਕਿੱਥੋਂ ਪਤਾ ਲੱਗਣਾ ਹੈ ਕੰਪਾਈਲਰ ਨੂੰ ਕਿ ਇਹ ਫੰਕਸ਼ਨ ਜਿਹੜਾ ਹੈ ਕਿਹੜੀ ਕਲਾਸ 'ਚੋਂ ਆ, ਬੇਸ ਕਲਾਸ 'ਚੋਂ ਹੈ ਜਾਂ ਡਰਾਈਵਡ ਕਲਾਸ 'ਚੋਂ ਮੈਂ ਐਗਜ਼ੀਕਿਊਟ ਕਰਨਾ। ਠੀਕ ਹੈ, ਇਹ ਪਤਾ ਲੱਗਣਾ ਹੈ ਇਸ ਆਬਜੈਕਟ ਦੀ ਟਾਈਪ ਤੋਂ। ਠੀਕ ਹੈ, ਜਿਹੜਾ ਆਪਾਂ ਲਿਖਿਆ ਹੈ ਨਾ ਆਬਜੈਕਟ OB ਡੋਟ F1। ਠੀਕ ਹੈ, ਇਹਦੀ ਟਾਈਪ ਤੋਂ। ਠੀਕ ਹੈ, ਮਤਲਬ ਜਿਹੜੇ ਇਹ ਫੰਕਸ਼ਨ ਦੀ ਬਾਈਂਡਿੰਗ ਹੋਣੀ ਹੈ, ਇਹ ਕਿੱਥੋਂ ਪਤਾ ਲੱਗੇਗਾ, ਆਬਜੈਕਟ ਦੀ ਟਾਈਪ ਤੋਂ। ਕਿਹੜੇ ਆਬਜੈਕਟ ਦੀ ਟਾਈਪ ਤੋਂ, ਜਿਹਦੇ ਨਾਲ ਆਪਾਂ ਇਹਨੂੰ ਕਾਲ ਕਰ ਰਹੇ ਹਾਂ। ਠੀਕ ਹੈ, ਹੁਣ ਤੁਸੀਂ ਦੇਖੋ ਇਹ ਜਿਹੜਾ OB ਹੈ, OB ਆਬਜੈਕਟ ਵਾ, ਇਹ ਕਿਹੜੀ ਕਲਾਸ ਦਾ ਆਬਜੈਕਟ ਹੈ, ਇਹ W2 ਕਲਾਸ। ਠੀਕ ਹੈ, ਡਰਾਈਵਡ ਕਲਾਸ ਦਾ ਆਬਜੈਕਟ ਹੈ। ਠੀਕ ਹੈ, ਤੇ ਕੰਪਾਈਲਰ ਨੇ ਕੀ ਕਰਨਾ ਹੈ, ਇਸ ਕਲਾਸ 'ਚ ਜਾ ਕੇ ਇਹ ਫੰਕਸ਼ਨ ਲਈ ਸਰਚ ਕਰੇਗਾ। ਠੀਕ ਹੈ, ਹੁਣ ਇੱਥੇ ਇਹਨੂੰ ਮਿਲ ਗਿਆ F1। ਠੀਕ ਹੈ, ਤੇ ਇਹਨੇ ਕੀ ਕਰਤਾ, ਇਹ ਫੰਕਸ਼ਨ ਡੈਫੀਨੇਸ਼ਨ ਨੂੰ ਬਾਈਂਡ ਕਰਤਾ ਇਹ ਵਾਲੀ ਫੰਕਸ਼ਨ ਕਾਲ ਦੇ ਨਾਲ। ਠੀਕ ਹੈ, ਤੇ ਇਹ ਜਿਹੜੀ ਬਾਈਂਡਿੰਗ ਹੈ ਇਹਨੂੰ ਬੋਲਦੇ ਆ ਅਰਲੀ ਬਾਈਂਡਿੰਗ। ਠੀਕ ਹੈ,
ਇਹਨੂੰ ਕਿਹੜੀ ਬਾਈਂਡਿੰਗ ਬੋਲਦੇ, अर्ली ਬਾਈਂਡਿੰਗ। ਠੀਕ ਹੈ, ਤੇ ਚੱਲਣਾ ਵੀ ਕਿਹੜਾ ਫੰਕਸ਼ਨ ਹੈ, W2 ਕਲਾਸ ਦਾ। ਠੀਕ ਹੈ, ਹੋਣਾ ਵੀ ਇੱਦਾਂ ਹੀ ਚਾਹੀਦਾ ਕਿਉਂਕਿ ਆਪਾਂ ਲੇਟੈਸਟ ਕੋਡ ਚਲਾਉਣਾ। ਠੀਕ ਹੈ, ਪਰ ਇਹ ਜਿਹੜੀ ਬਾਈਂਡਿੰਗ ਹੈ ਇਹ ਕਿਹੜੀ ਬਾਈਂਡਿੰਗ ਹੋ ਰਹੀ ਹੈ, अर्ली ਬਾਈਂਡਿੰਗ। ਠੀਕ ਹੈ, ਤੇ ਆਪਾਂ ਨੂੰ ਕਿਹੜੀ ਬਾਈਂਡਿੰਗ ਚਾਹੀਦੀ ਹੈ, ਲੇਟ ਬਾਈਂਡਿੰਗ। ਠੀਕ ਹੈ, ਉਹ ਲੇਟ ਬਾਈਂਡਿੰਗ ਕਿਉਂ ਚਾਹੀਦੀ ਹੈ ਉਹ ਵੀ ਮੈਂ ਦੱਸਦਾ। ਠੀਕ ਹੈ, ਹੁਣ ਇੱਦਾਂ ਵੀ ਤੇ ਆਪਾਂ ਕਰ ਸਕਦੇ ਹਾਂ। ਠੀਕ ਹੈ, ਕਿ ਜਿਹੜਾ ਡਰਾਈਵਡ ਕਲਾਸ ਦਾ ਆਬਜੈਕਟ ਹੈ ਉਹ ਬੇਸ ਕਲਾਸ ਵਾਲੇ ਫੰਕਸ਼ਨ ਨੂੰ ਵੀ ਚਲਾ ਸਕਦਾ। ਠੀਕ ਹੈ, ਕਿਉਂਕਿ ਡਰਾਈਵਡ ਕਲਾਸ ਨੇ ਤਾਂ ਇਨਹੈਰਿਟ ਕੀਤਾ ਹੋਇਆ ਨਾ। ਠੀਕ ਹੈ, ਉਹ ਮਤਲਬ ਪੁਰਾਣੀ ਜਿਹੜੀ ਹੈਗੀ ਹੈ, ਪੁਰਾਣੀ ਜਿਹੜੀ ਕੋਡ ਹੈ ਜਿਹੜਾ ਪੁਰਾਣਾ, ਉਹ ਵੀ ਚਲਾ ਸਕਦਾ, ਪਰ ਇੱਦਾਂ ਹੋਣਾ ਨਹੀਂ ਚਾਹੀਦਾ। ਠੀਕ ਹੈ, ਕਿਉਂਕਿ ਆਪਾਂ ਸਿਰਫ ਤੇ ਸਿਰਫ ਚਲਾਉਣਾ ਲੇਟੈਸਟ ਕੋਡ। ਠੀਕ ਹੈ, ਹੁਣ ਇਹਦੇ ਵਾਸਤੇ ਜਿਹੜਾ ਆਪਾਂ ਯੂਜ਼ ਕਰਾਂਗੇ ਕਨਸੈਪਟ ਲੇਟ ਬਾਈਂਡਿੰਗ ਦਾ। ਠੀਕ ਹੈ, ਉਹ ਲੇਟ ਬਾਈਂਡਿੰਗ ਅਚੀਵ ਕਿਵੇਂ ਹੋਣੀ ਹੈ, ਉਹ ਹੋਣੀ ਹੈ ਵਿਦ ਦੀ ਬੇਸ ਕਲਾਸ ਪੁਆਇੰਟਰ। ਠੀਕ ਹੈ ਜੀ, ਬੇਸ ਕਲਾਸ ਪੁਆਇੰਟਰ ਦੇ ਨਾਲ। ਹਾਂਜੀ, ਹੁਣੇ ਆਪਾਂ ਗੱਲ ਕੀਤੀ ਸੀ ਕਿ ਜਿਹੜਾ ਆਪਣਾ ਬੇਸ ਕਲਾਸ ਦਾ ਮਤਲਬ ਡਰਾਈਵਡ ਕਲਾਸ ਦਾ ਜਿਹੜਾ ਆਬਜੈਕਟ ਹੈ। ਠੀਕ ਹੈ, ਉਹ ਜਿਹੜਾ ਹੈਗਾ ਉਹ ਆਪਣਾ ਬੇਸ ਕਲਾਸ ਦਾ ਜਿਹੜਾ ਹੈਗਾ ਮੈਂਬਰ F1। ਠੀਕ ਹੈ, ਇਹਨੂੰ ਵੀ ਐਗਜ਼ੀਕਿਊਟ ਕਰ ਦੇਗਾ। ਠੀਕ ਹੈ, ਮਤਲਬ ਕਿ ਇਹ ਪੁਰਾਣਾ ਕੋਡ ਆ ਜਿਹੜਾ ਉਹ ਵੀ ਐਗਜ਼ੀਕਿਊਟ ਕਰ ਸਕਦਾ ਹੈ। ਠੀਕ ਹੈ, ਉਹ ਕਿਵੇਂ ਕਰ ਸਕਦਾ? ਠੀਕ ਹੈ, ਉਹਦੇ ਵਿੱਚ ਕੀ ਹੋ ਸਕਦਾ ਹੈ, ਸਮਝੋ ਜਿਵੇਂ ਸਪੋਜ਼ ਆਪਾਂ ਇੱਥੇ F1 ਨਾਮ ਦਾ ਕੋਈ ਫੰਕਸ਼ਨ ਆਪਾਂ ਜਿਹੜਾ ਆਪਾਂ ਕ੍ਰੀਏਟ ਨਹੀਂ ਕੀਤਾ। ਠੀਕ ਹੈ, F1 ਨਾਮ ਦਾ ਆਪਾਂ ਇੱਥੇ ਕੋਈ ਵੀ ਫੰਕਸ਼ਨ ਕ੍ਰੀਏਟ ਨਹੀਂ ਕੀਤਾ। ਠੀਕ ਹੈ, ਇੱਕ ਮਿੰਟ ਕੋਡ ਦੁਬਾਰਾ ਲਿਖ ਲੈਂਦੇ ਹਾਂ। ਜਿਵੇਂ ਆਪਣੇ ਕੋਲ ਕਲਾਸ ਹੈ W1। ਠੀਕ ਹੈ, ਇਹਦੇ ਅੰਦਰ ਆਪਾਂ ਇੱਕ ਫੰਕਸ਼ਨ ਬਣਾਇਆ F1। ਠੀਕ ਹੈ, ਪੁਰਾਣੀ ਜਿਹੜੀ ਆਪਣੀ ਕਲਾਸ ਹੈ, ਪੁਰਾਣਾ ਵਰਜ਼ਨ ਹੈ ਜਿਹੜਾ WhatsApp ਦਾ। ਠੀਕ ਹੈ, ਇਹ ਆਪਾਂ ਲੇਟੈਸਟ ਜਿਹੜੀ ਹੈਗੀ ਹੈ ਕਲਾਸ ਆਪਣੀ। ਠੀਕ ਹੈ, ਪਬਲਿਕ W1 ਬੇਸ ਕਲਾਸ ਦਾ ਨਾਮ। ਠੀਕ ਹੈ ਜੀ, ਵਾਈਡ F1 ਲੇਟੈਸਟ ਜਿਹੜੀਆਂ ਫੀਚਰਸ ਇਹਦੇ ਵਿੱਚ ਆਪਾਂ ਨੂੰ ਮਿਲਣੀਆਂ। ਠੀਕ ਹੈ, ਮੇਨ ਫੰਕਸ਼ਨ ਆਪਣਾ। ਠੀਕ ਹੈ ਜੀ, ਹੁਣ ਇਹਦੇ ਅੰਦਰ ਆਪਾਂ ਆਬਜੈਕਟ ਬਣਾਇਆ W ਦਾ OB। ਠੀਕ ਹੈ ਜੀ, OB ਨਾਮ ਦਾ ਬਣਾਤਾ ਤੇ ਇੱਥੇ OB ਡੋਟ F1 ਫੰਕਸ਼ਨ ਨੂੰ ਕਾਲ ਕੀਤੀ। ਠੀਕ ਹੈ, ਹੁਣ ਸਪੋਜ਼ ਕਿ ਇੱਥੇ ਆਪਾਂ ਜਿਹੜਾ ਹੈਗਾ F1 ਦਾ ਕੋਈ ਫੰਕਸ਼ਨ ਨਹੀਂ ਬਣਾਇਆ ਹੋਇਆ, ਇੱਥੇ ਆਪਾਂ ਬਣਾਇਆ F2 ਨਾਮ ਦਾ ਕੋਈ ਫੰਕਸ਼ਨ ਬਣਾਇਆ ਜਿਹਦੇ ਵਿੱਚ ਆਪਾਂ ਨਿਊ ਫੀਚਰਸ ਦਿੱਤੀਆਂ, ਚਲੋ ਅਲੱਗ ਤੋਂ ਆਪਾਂ ਦੇਤੀਆਂ ਫੀਚਰਸ। ਠੀਕ ਹੈ, ਹੁਣ ਇਹਦੇ ਕੇਸ 'ਚ ਕੀ ਹੋਣਾ, ਜਦੋਂ ਆਪਾਂ ਕਾਲ ਕਰਨੀ F1। ਠੀਕ ਹੈ, OB ਡੋਟ F1। ਠੀਕ ਹੈ, ਹੁਣ ਕੰਪਾਈਲਰ ਨੇ ਕਿੱਥੇ ਕੰਟਰੋਲ ਟ੍ਰਾਂਸਫਰ ਕਰਨਾ? ਠੀਕ ਹੈ, ਇਹ ਵਾਲਾ F1 ਤੇ। ਠੀਕ ਹੈ, ਹੁਣ F1 ਕਿਉਂ ਚੱਲ ਜਾਣਾ, ਬੇਸ ਕਲਾਸ ਦਾ ਕਿਉਂ ਚੱਲ ਜਾਣਾ? ਕਿਉਂਕਿ ਡਰਾਈਵਡ ਕਲਾਸ ਦੇ ਅੰਦਰ ਵੀ ਬੇਸ ਕਲਾਸ ਦੀਆਂ ਪ੍ਰੋਪਰਟੀਜ਼ ਇਨਹੈਰਿਟ ਹੋ ਜਾਂਦੀਆਂ। ਠੀਕ ਹੈ, ਮਤਲਬ F1 W2 ਨੇ ਜਦੋਂ W1 ਨੂੰ ਇਨਹੈਰਿਟ ਕੀਤਾ ਤਾਂ ਆਪਣੇ ਆਪ ਜਿਹੜਾ F1 ਉਹ ਵੀ ਇਨਹੈਰਿਟ ਹੋ ਗਿਆ। ਠੀਕ ਹੈ, ਇਹਦੇ ਵਿੱਚ। ਠੀਕ ਹੈ, ਹੁਣ ਚਲੋ ਇੱਥੇ ਮੈਂ ਜਿਹੜੇ ਕੋਈ ਮੋਡੀਫਾਇਰਸ ਨੂੰ ਨਹੀਂ ਕੰਸੀਡਰ ਕੀਤਾ। ਠੀਕ ਹੈ, ਕਿ ਆਪਣਾ ਕੋਈ ਮੋਡੀਫਾਇਰ ਆਪਾਂ ਯੂਜ਼ ਕੀਤੇ हैं। ਠੀਕ ਹੈ, ਆਪਾਂ ਬੇਸਿਕ ਇਹਨੂੰ ਪਬਲਿਕ ਮੰਨ ਕੇ ਚੱਲ ਰਹੇ ਹਾਂ। ਠੀਕ ਹੈ ਜੀ, ਅਜ਼ਿਊਮ ਕਰਕੇ ਚੱਲ ਰਹੇ ਹਾਂ ਕਿ ਇਹ ਜਿਹੜੇ ਪਬਲਿਕ ਸੈਕਸ਼ਨ ਦੇ ਅੰਦਰ ਹੀ ਡਿਕਲੇਅਰਡ ਹੈ। ਠੀਕ ਹੈ, ਅਜੇ ਆਪਾਂ ਇਹ ਕੋਈ ਵੀ ਚੀਜ਼ ਕੰਸੀਡਰ ਨਹੀਂ ਕੀਤੀ, ਆਪਾਂ ਸਿਰਫ ਓਵਰਰਾਈਡਿੰਗ ਦਾ ਕਨਸੈਪਟ ਸਮਝ ਰਹੇ ਹਾਂ। ਠੀਕ ਹੈ ਜੀ, ਹੁਣ ਕੀ ਹੋਣਾ, ਹੁਣ ਆਪਾਂ ਇਸ ਚੀਜ਼ ਨੂੰ ਹੁਣ ਅਗਰ ਆਪਾਂ ਇਸ ਤਰ੍ਹਾਂ ਕਰ ਦਿੰਦੇ ਹਾਂ ਤਾਂ ਠੀਕ ਹੈ, ਇਹ ਵੀ ਕਨਸੈਪਟ ਜਿਹੜਾ ਆਪਣਾ ਫੰਕਸ਼ਨ ਓਵਰਰਾਈਡਿੰਗ ਦਾ ਨਹੀਂ ਰਹਿ ਜਾਂਦਾ। ਠੀਕ ਹੈ, ਪਰ ਅਗਰ ਆਪਾਂ ਇੱਥੇ F1 ਨੂੰ ਯੂਜ਼ ਕਰਨਾ। ਠੀਕ ਹੈ, ਤੇ ਹੁਣ ਆਪਾਂ ਇਹ ਵੀ ਸਮਝਿਆ ਕਿ ਇੱਦਾਂ ਵੀ ਹੋ ਸਕਦਾ ਹੈ ਕਿ ਜਿਹੜਾ ਆਪਣਾ ਬੇਸ ਡਰਾਈਵਡ ਕਲਾਸ ਦਾ ਆਬਜੈਕਟ ਹੈ। ਠੀਕ ਹੈ, ਉਹ ਬੇਸ ਕਲਾਸ ਦੇ ਫੰਕਸ਼ਨ ਨੂੰ ਵੀ ਚਲਾ ਸਕਦਾ। ਠੀਕ ਹੈ, ਹੁਣ ਇਸ ਚੀਜ਼ ਨੂੰ ਰਿਮੂਵ ਕਰਨ ਲਈ ਆਪਣੇ ਕੋਲ ਜਿਹੜਾ ਕਨਸੈਪਟ ਹੈਗਾ ਉਹ ਹੈਗਾ ਬੇਸ ਕਲਾਸ ਦੇ ਪੁਆਇੰਟਰ ਦਾ। ਠੀਕ ਹੈ, ਹੁਣ ਬੇਸ ਕਲਾਸ ਦਾ ਪੁਆਇੰਟਰ ਦਾ ਕੀ ਕਨਸੈਪਟ ਹੈ ਉਹ ਵੀ ਆਪਾਂ ਅੱਗੇ ਸਮਝਦੇ ਹਾਂ। ਠੀਕ ਹੈ, ਇਹ ਐਗਜ਼ਾਮਪਲ ਜਿਹੜੀ ਹੈ ਨੋਟਸ ਦੇ ਵਿੱਚ ਮਿਲੀ ਹੈ ਤੁਹਾਨੂੰ।
ठीक है, इनू आप देख लें। ठीक है, सेम फंक्शनिंग सेम है सारी। ठीक है, इत्थे आप एक बेस क्लास क्रिएट की है बेस क्लास नाम की। ठीक है, उस तो बाद डिस्प फंक्शन ये आप डिक्लेयर कर लिया पब्लिक। ठीक है, तो डिस्प फंक्शन के आप एक लाइन प्रिंट कराती है फंक्शन ऑफ पेरेंट। ठीक है, इस तरह ड्राइव्ड क्लास बनाई है आप ड्राइव्ड क्लास के नाम की। ठीक है जी, पब्लिक बेस क्लास इनहेरिट कर रही है बेस क्लास में पब्लिकली, ये अंदर डिस्प फंक्शन आप लगाता। ठीक है, उस तो बाद ये अंदर आप प्रिंट कराता फंक्शन ऑफ चाइल्ड क्लास। ठीक है, जोड़ा बेस क्लास के प्रिंट कराया फंक्शन ऑफ पेरेंट क्लास, ये आप प्रिंट कराया फंक्शन ऑफ चाइल्ड क्लास। ठीक है जी, हुण मेन फंक्शन के अंदर ठीक है ड्राइव्ड क्लास का ऑब्जैक्ट क्रिएट कर लिया। ठीक है, तुसीं इस तरह भी क्रिएट कर सकते हो सिंपल क्लास का नाम ते नाल OBJ सैमीकोलन। ठीक है, इन्ना भी कर सकते हो, उन्होंने इंपलीसिट क्रिएशन बोलते हैं, इनू एक्सपलीसिट क्रिएशन बोलते हैं ऑब्जैक्ट की। ठीक है, इस तरह भी क्रिएट कर सकते हो। उस बाद OBJ डॉट डिस्प आप किया। ठीक है, हुण ए किहड़े फंक्शन नू कॉल करनी है डिस्प ने, बेस क्लास दे नू करनी है या ड्राइव्ड क्लास दे नू करनी है। ठीक है, यह जिहड़ी बाइंडिंग है यह स्टैटिक टाइम ते ही हो जानी है, कंपाइल टाइम ते ही। ठीक है, जदों ऑब्जैक्ट जदों आप प्रोग्राम डिज़ाइन कर रहे हैं तो यह कित्थों पता चलना है कंपाइलर नू, यह OBJ की टाइप तो। ठीक है, भी यह OBJ किहड़ी टाइप का, तो OBJ किहड़ी टाइप का ड्राइव्ड क्लास का। ठीक है, तो जो कंट्रोल ने जाना इत्थे ड्राइव्ड क्लास के अंदर उन्होंने डिस्प फंक्शन जोड़ा वो मिल जाना। ठीक है, तो इत्थों जी है वो बाइंडिंग हो जानी है इस फंक्शन डेफिनेशन की इस फंक्शन कॉल के नाल एट दी कंपाइल टाइम। ठीक है जी, हुण नैक्सट आप देखना कि वर्चुअल फंक्शन का की रोल है। ठीक है, ਜਾਂ वर्चुअल फंक्शन आप क्यों यूज़ करते हैं। ठीक है, ਜਾਂ बेस क्लास दे नूं आप क्यों यूज़ करते हैं। ठीक है, हुण इत्थे जिद्दां लिखिਆ OBJ डॉट डिस्प इन दिस स्टेटमेंट कंपाइलर सिलेक्ट एप्रोप्रिएट फंक्शन डेफिनेशन फ्रॉम द ऑब्जैक्ट विद विच वी कॉल द फंक्शन। ठीक है, सेम वही है कि एप्रोप्रिएट फंक्शन की डेफिनेशन सिलेक्ट होनी है फ्रॉम द ऑब्जैक्ट OBJ की टाइप तो। ठीक है, हुण फ्रॉम द ऑब्जैक्ट मीनस की है OBJ's टाइप। ठीक है, यदि की टाइप है। ठीक है, तो OBJ किहड़ी टाइप का, ड्राइव्ड क्लास का। ठीक है, सो किहड़ा फंक्शन चलना है, ड्राइव्ड क्लास का। यह तुसीं आउटपुट भी यदि देख सकते हो इत्थे। ठीक है जी, उस तो बाद नैक्सट हुण इहदे विच की है बट ऑल दिस बाइंडिंग इज रन एट कंपाइल टाइम नोन एज अर्ली और स्टैटिक बाइंडिंग एंड आल्सो ड्राइव्ड क्लास ऑब्जैक्ट OBJ कैन कॉल टू डिस्प फंक्शन डिफाइंड इन द इट्स बेस क्लास। ठीक है, जिवें आपां पहलां उत्थे WhatsApp वाली एग्जाम्पल च आपां देख लिया। ठीक है जी, हुण इत्थे but in function overriding we only interested in executing latest update function which is redefined in the base class, so to achieve this that is we have to do late binding। ठीक है, ਹੁਣ ਇਹਨੂੰ ਕਰਨ ਵਾਸਤੇ ਕੀ ਕਰਨਾ ਚਾਹੀਦਾ ਆਪਾਂ ਨੂੰ, ਲੇਟ ਬਾਈਂਡਿੰਗ ਕਰਨੀ ਚਾਹੀਦੀ ਹੈ ਰਨ ਟਾਈਮ ਤੇ। ਰਨ ਟਾਈਮ ਤੇ ਮਤਲਬ ਜਦੋਂ ਤੁਹਾਡਾ ਪ੍ਰੋਗਰਾਮ ਐਗਜ਼ੀਕਿਊਟ ਹੋ ਰਿਹਾ ਉਸ ਟਾਈਮ ਤੇ। ਠੀਕ ਹੈ, ਤੇ ਇਹਦੇ ਵਾਸਤੇ ਆਪਾਂ ਦੋ ਚੀਜ਼ਾਂ ਯੂਜ਼ ਕਰਨੀਆਂ, ਇੱਕ ਬੇਸ ਕਲਾਸ ਪੁਆਇੰਟਰ ਤੇ ਇੱਕ ਵਰਚੁਅਲ ਫੰਕਸ਼ਨ। ਠੀਕ ਹੈ ਜੀ, ਬੇਸ ਕਲਾਸ ਪੁਆਇੰਟਰ ਤੇ ਵਰਚੁਅਲ ਫੰਕਸ਼ਨ। ਹੁਣ ਇਹ सेम फंक्शन है, सेम प्रोग्राम है जोड़ा आप उपर देखा कि एक बेस क्लास बनी वो डिस्प फंक्शन बनया, एक ड्राइव्ड क्लास बनी जी इनहेरिट कर रही है बेस क्लास नूं, ते इहदे विच भी डिस्प नाम का फंक्शन बनया होया है मेन फंक्शन। हुण इहदे विच आपां बेस क्लास का एक पॉइंटर वेरीएबल बना लिया P। ठीक है जी, हुण इत्थे सैमीकोलन आउणा है जी, सैमीकोलन लगा लिओ, सैमीकोलन मिसिंग है इत्थे। ठीक है जी, हुण पॉइंटर का कंसैप्ट आपां पढ़िया है C दे विच भी। ठीक है जी, पॉइंटर की है, पॉइंटर एक वेरीएबल है। ठीक है, या डाटा टाइप भी उन्होंने कह देंगे आ। ठीक है जी, पॉइंटर की करता है एड्रैस कंटेन करता है या एड्रैस होल्ड करता है किहड़े वेरीएबल का, सेम टाइप के वेरीएबल का। मतलब जिस टाइप का पॉइंटर है उस टाइप के वेरीएबल का वो एड्रैस स्टोर कर सकता है। ठीक है, जिमें इंट टाइप का वेरीएबल है पॉइंटर। ठीक है, तो वो एड्रैस होल्ड करेगा इंटीजर टाइप के वेरीएबल का ही। ठीक है, अगर पॉइंटर की टाइप फ्लोट है तो वो सिर्फ फ्लोट टाइप के वेरीएबल का एड्रैस होल्ड करके रख सकता है। ठीक है, पर जो आप गल करते हैं बेस क्लास के पॉइंटर की, मतलब क्लास बेस आप किहड़ी बोलते हैं, जिस क्लास नूं दूसरी क्लास इनहेरिट कर रही है या जिस क्लास दियाँ प्रॉपर्टीज़ एक्वायर हो रही ने वो किहड़ी है, बेस क्लास। ठीक है, तो जिहड़ी क्लास प्रॉपर्टीज़ एक्वायर कर रही है वो किहड़ी है, ड्राइव्ड क्लास या चाइल्ड क्लास। ठीक है, हुण बेस क्लास का पॉइंटर की करता,
बेस क्लास का पॉइंटर एड्रैस होल्ड करके रख सकता है अपनी ड्राइव्ड क्लास का, ठीक है। मतलब ड्राइव्ड क्लास दे तो मतलब अपने ड्राइव्ड क्लास के ऑब्जेक्ट का, ठीक है। बेस क्लास का जोड़ा पॉइंटर है वो अपनी ड्राइव्ड क्लास के ऑब्जेक्ट्स का एड्रैस होल्ड कर सकता है या एड्रैस स्टोर कर सकता है, ठीक है। इस तरह बेस क्लास का पॉइंटर ड्राइव्ड का भी जोड़ा है ऑब्जेक्ट का एड्रैस होल्ड कर सकता है, ठीक है। फरदर मतलब जो ड्राइव्ड क्लासेस ने उन्होंने ऑब्जेक्ट्स का एड्रैस स्टोर कर सकता है। पर कन्वर्स जोड़ा वो ट्रू नहीं है, मतलब कि इदा नहीं हो सकता कि ड्राइव्ड क्लास का जोड़ा ऑब्जेक्ट है वो बेस क्लास के ऑब्जेक्ट का मतलब ड्राइव्ड क्लास का जोड़ा पॉइंटर है वो बेस क्लास के ऑब्जेक्ट का एड्रैस होल्ड कर ले, इस तरह ट्रू नहीं है, ठीक है जी। सिर्फ बेस क्लास का जोड़ा पॉइंटर है वही होल्ड कर सकता है ड्राइव्ड क्लास के ऑब्जेक्ट का, ठीक है जी। हुण हुण यह बेस क्लास का पॉइंटर आप क्यों यूज़ कर रहे हैं, क्योंकि आप कंसैप्ट अपलाई करना है लेट बाइंडिंग का, ठीक है। क्योंकि अगर आप सिंपल इस तरह ही कर लाँगे जिवें इत्थे होया, ये तो अर्ली बाइंडिंग हो जानी है, ठीक है। पर आप की करना है, आप करनी है लेट बाइंडिंग, ठीक है। रन टाइम पॉलीमॉर्फिज्म या रन टाइम बाइंडिंग आप करनी है, ठीक है। हुण इत्थे आप बेस क्लास का पॉइंटर बना लिया, ठीक है। फिर एक ड्राइव्ड क्लास का पॉइंटर ऑब्जेक्ट क्रिएट कर लिया OBJ, ठीक है। इत्थे आप पॉइंटर नूं इनीशियलाइज कर लिया, ठीक है। एड्रैस ऑफ OBJ असाइन किनू करता P नूं, ठीक है। हुण जदों भी आप पॉइंटर यूज़ करते हैं मैम फंक्शनस नूं असैस करने लई या मैंबर फंक्शन नूं असैस करने लई, तो आप डॉट ऑपरेटर नहीं यूज़ करते, आप किहड़ा ऑपरेटर यूज़ करते हैं, एरो ऑपरेटर, ठीक है। किहड़ा ऑपरेटर, एरो ऑपरेटर। जिवें तुसीं स्ट्रक्चर दे विच पढ़िया होएगा, ठीक है जी। स्ट्रक्चर पॉइंटर होंदा जिहड़ा स्ट्रक्चर टाइप का पॉइंटर, ठीक है, वो भी आप एरो ऑपरेटर यूज़ करके मैंबरस नूं असैस करते हैं, ठीक है। सेम इत्थे भी इदां ही है, ठीक है जी। हुण देखो जी आप उपर स्टेटमेंट पढ़ी है भी P की जगह आप पहला की यूज़ किया पुराने फंक्शन च OBJ डॉट डिस, ठीक है। हुण उत्थे जी बाइंडिंग हो रही सी किहड़ी हो रही सी, अर्ली बाइंडिंग, ठीक है। स्टैटिक बाइंडिंग, कंपाइल टाइम ते बाइंडिंग, ठीक है। तो किवें हो रही सी OBJ दी टाइप तो, ठीक है। भी डिस्प फंक्शन नूं बाइंड करने वास्ते कंपाइलर OBJ दी जी टाइप देखदा सी कि किहड़ी टाइप दा, ठीक है। यह मतलब ड्राइव्ड क्लास टाइप का है, तो वो कंपाइलर ड्राइव्ड क्लास से जाके उन्होंने उत्थे बाइंड कर दिंदा सीगा, ठीक है। हुण इत्थे भी जिहड़ी बाइंडिंग है यह अर्ली बाइंडिंग ही होएगी, ठीक है। अर्ली बाइंडिंग ही होएगी, ठीक है जी। हुण अर्ली बाइंडिंग ही होई मतलब डिस्प फंक्शन की बाइंडिंग करने वास्ते कंपाइलर देखेगा पॉइंटर की टाइप, ठीक है। अगर इत्थे OBJ सीगा तो वो OBJ की टाइप देखदा सी कंपाइलर, ठीक है। हुण इत्थे पॉइंटर है तो इत्थे पॉइंटर की टाइप देखेगा, ठीक है जी। हुण पॉइंटर की किहड़ी टाइप है, बेस क्लास, ठीक है। मतलब कंपाइलर की करेगा बेस क्लास दे विच जाएगा तो डिस्प फंक्शन जिहड़ा इत्थे डिफाइन है इनू बाइंड कर देगा विद दिस फंक्शन कॉल एट दी कंपाइल टाइम, ठीक है। यह जिहड़ा वर्चुअल कीवर्ड अजे इनू कंसीडर ना करो, ठीक है। अजे सिंपल इनू देखो, ठीक है जी। इहदा की कंसैप्ट है यह भी मैं दसांगा, अजे सिर्फ तुसीं इनू ही देखना, ठीक है। अजे तुसीं ये एज्यूम करके चलो भी इत्थे कोई भी वर्चुअल कीवर्ड जिहड़ा वो नहीं लिखिया होया, ठीक है। हुण इन्ना क्लीयर हो गया जी कंसैप्ट, ठीक है। भी पहला OBJ आप लिखते सी तो इतों OBJ डॉट डिस्प लिखते सी तो उतों कंपाइलर ऑब्जैक्ट की टाइप तो मतलब अंदाज़ा लाउंदा सीगा जां देखदा सीगा भी किहड़ी क्लास दे विच जाके मैं इहदी बाइंडिंग करनी है डिस्प फंक्शन की, ठीक है। OBJ अगर ड्राइव्ड क्लास का सी तो वह ड्राइव्ड क्लास विच सर्च करदा सी डिस्प नूं, ठीक है। तो वो जाके उहदी बाइंडिंग कर दिंदा सीगा फंक्शन कॉल दे नाल, ठीक है। हुण इत्थे उन्हें पॉइंटर की बाइंडिंग टाइप देखनी है कि पॉइंटर की किहड़ी टाइप है, पॉइंटर की टाइप किहड़ी है, बेस क्लास। तो डिस्प फंक्शन नूं बेस क्लास च सर्च करेगा तो फाउंड हो गया तो यह फंक्शन नूं यह फंक्शन डेफिनेशन नूं इहदे नाल की कर देगा, बाइंड कर देगा, ठीक है। तो हुण जदों यह चलना, ठीक है, चलना है तो हुण यह किहड़ा फंक्शन चलेगा जदों यह कोड रन होएगा तो किहड़ा फंक्शन चल जाएगा, बेस क्लास का, ठीक है। पर हुण सपोज यह अपनी बेस क्लास इत्थे W1 है मतलब पुराने WhatsApp वाली है, ठीक है। यह ड्राइव्ड क्लास अपनी W2 है मतलब न्यू लेटेस्ट WhatsApp वाली है, ठीक है। पर हुण इत्थे हो की रहा है, इत्थे हो की रहा है कि यह किहड़ा फंक्शन चल रहा है, ठीक है। यह फंक्शन चल रहा है बेस क्लास का, ठीक है। मतलब पुराना WhatsApp जिहड़ा वो चल रहा है, पर आपां वो कोड तो चलाउणा नहीं है, आपां तो न्यू लेटेस्ट कोड चलाउणा है, ठीक है। तो इत्थे एरर भी नहीं होना कोई,
ठीक है। पर आपां किहड़ा चलाउणा कोड लेटेस्ट जिहड़ा डराइव्ड क्लास दे अंदर है, ठीक है। तो चल किहड़ा रहा जिहड़ा बेस क्लास दे अंदर है, मतलब यह सही नहीं है, ठीक है। मतलब आपां नूं चलाउणा किहड़ा चाहीदा है डराइव्ड क्लास वाला, ठीक है, W2 क्लास, अगर आपां नूं W2 मान लीए, ठीक है, चलना है चाहिए। पर चल किहड़ा रहा यह बेस क्लास वाला W1, मतलब पुराना कोड चल रहा, पर आपां किहड़ा चलाउणा न्यू कोड, ठीक है। हुण न्यू कोड चलाउण लई आपां नूं की करना पैना, आपां नूं बाइंडिंग जिहड़ी करनी पैनी है लेट, ठीक है, क्योंकि इत्थे ते अर्ली बाइंडिंग हो रही है ना, पर आपां अर्ली बाइंडिंग नहीं करनी, आपां बाइंडिंग नूं लेट बाइंडिंग करना, ठीक है, मतलब एट रन टाइम, ठीक है। तो रन टाइम बाइंडिंग करने वास्ते आपां ए बेस क्लास दे फंक्शन दे नाल लगा देना कीवर्ड वर्चुअल, ठीक है। हुण वर्चुअल कीवर्ड ने कंपाइलर नूं इंस्ट्रक्ट करना है कि जिहड़ी बाइंडिंग है वो रन टाइम ते करनी है, ठीक है, क्योंकि जदों अर्ली बाइंडिंग हुंदी है उस टाइम ते पी दे विच मतलब की कंटेंट पिया होया है वो नहीं देखिया जाता, ठीक है। सिर्फ ए पॉइंटर दी टाइप ही देखी जानी है। तो पॉइंटर दी टाइप किहड़ी है बेस क्लास, तां करके कंट्रोल जिहड़ा वो बेस क्लास च शिफ्ट हो रहा, ठीक है। पर आपां इत्थे जदों वर्चुअल कीवर्ड लगा दिंने आ, इन्हें कंपाइलर नूं इंस्ट्रक्ट करना है कि जिहड़ी बाइंडिंग है वो लेट बाइंडिंग करनी है, ठीक है। तो लेट बाइंडिंग जदों होनी है उस टाइम ते पी दे अंदर जो कंटेंट पए आ, ठीक है, ਉਹਦਾ उस टाइम ते पता चलना है, ठीक है जी। कंटेंट ਇਹਦੇ अंदर ਕਿਹੜੇ ਪਏ ਆ, एड्रैस ऑफ OBJ, ठीक है, एड्रैस ऑफ OBJ। ਜਦੋਂ रन टाइम ते बाइंडिंग होएगी उस टाइम ते पी ਦੇ अंदर ਜਿਹੜੇ भी कंटेंट ਪਏ ਆ, मतलब एड्रैस ऑफ OBJ जो ਪਿਆ है वो उस टाइम ते पता चलना है, ठीक है। तो ਜਦੋਂ उस टाइम ते पता चलेगा भी ਇਹਦੇ अंदर कंटेंट ਜਿਹੜੇ ਆ ਉਹ OBJ ਦਾ एड्रैस है, ठीक है। तो OBJ ਕਿਹੜੀ टाइप ਦਾ ਡਰਾਈਵਡ क्लास ਦਾ, ठीक है। तो रन टाइम ते फिर कंट्रोल कित्थे शिफ्ट होएगा ड्राइव्ड क्लास के अंदर, मतलब WhatsApp 2 W2 क्लास, ठीक है। मतलब केड़ा कोड चलेगा लेटेस्ट कोड, ठीक है जी। आई होप कि तुहानू इस कंसैप्ट की चंगी तरह समझ आ गई होनी है, ठीक है जी। तो इस चैनल नू जरूर सबसक्राइब कर दिओ, ठीक है जी। वीडियो नू लाइक कर दो, शेयर कर दो, ठीक है जी। अजे यह चैनल का बिल्कुल स्टार्टअप है।